ਸਤਿ ਸ਼੍ਰੀ ਅਕਾਲ एवरीवन ਤੁਹਾਡੇ ਸਾਰਿਆਂ ਦਾ ਸਟੱਡੀ ਆਈਕਿਊ ਦੇ ਲਰਨਿੰਗ ਪਲੇਟਫਾਰਮ ਤੇ ਸਵਾਗਤ ਹੈ। ਅੱਜ ਦੇ ਲੈਕਚਰ ਵਿੱਚ ਅਸੀਂ ਪੰਜਾਬ ਦੇ ਅਕਤੂਬਰ 2021 ਦੇ ਕਰੰਟ ਅਫੇਅਰ ਦਾ ਫਰਸਟ ਪਾਰਟ ਕਵਰ ਕਰਾਂਗੇ, ਜਿਹੜਾ ਕਿ ਤੁਹਾਡੇ ਆਉਣ ਵਾਲੇ ਪੰਜਾਬ ਦੇ ਡਿਫਰੈਂਟ ਗਵਰਨਮੈਂਟ ਐਗਜ਼ਾਮਸ ਵਾਸਤੇ ਯੂਜ਼ਫੁਲ ਹੋਏਗਾ। ਮੇਰਾ ਨਾਮ ਰਵਨੀਤ ਕੌਰ ਹੈ। ਸ਼ੁਰੂ ਕਰਦੇ ਹਾਂ ਡਿਸਕਸ਼ਨ ਨੂੰ। ਸਭ ਤੋਂ ਪਹਿਲਾ ਕੁਐਸਚਨ ਹੈ ਪੰਜਾਬ ਦੇ ਨਵੇਂ ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਜੀ ਦੇ ਉੱਪਰ। ਤੁਸੀਂ ਦੱਸਣਾ ਹੈ ਕਿ ਮਾਈਨੋਰਿਟੀ ਕਮਿਸ਼ਨ ਦੇ ਨਵੇਂ ਚੇਅਰਮੈਨ ਕਿਹਨਾਂ ਨੂੰ ਅਪਾਇੰਟ ਕੀਤਾ ਗਿਆ ਹੈ ਤੇ ਇਹਨਾਂ ਨੇ ਇੱਕ ਕੰਸਰਨ ਐਕਸਪ੍ਰੈਸ ਕੀਤਾ ਹੈ, ਜਿਹਦੇ ਦੁਆਰਾ ਇਹਨਾਂ ਨੇ ਦੱਸਿਆ ਹੈ ਕਿ ਸਿੱਖ ਕਮਿਊਨਿਟੀ ਦੇ ਵਿੱਚ ਅਨਇੰਪਲੋਇਮੈਂਟ ਰੇਟ ਜਿਹੜਾ ਹੈ ਉਹ ਲਗਾਤਾਰ ਵੱਧ ਰਿਹਾ ਹੈ। ਹੁਣ ਤੁਸੀਂ ਇਹਨਾਂ ਦਾ ਨਾਮ ਦੱਸਣਾ ਹੈ। ਜੇ ਤੁਸੀਂ ਇਹਨਾਂ ਨੂੰ ਪਿਕਚਰ ਤੋਂ ਪਹਿਚਾਨ ਸਕਦੇ ਹੋ ਤਾਂ ਬਹੁਤ ਕਲੀਅਰ ਹੋ ਜਾਏਗਾ। ਆਨਸਰ ਹੈ ਇਕਬਾਲ ਸਿੰਘ ਲਾਲਪੁਰਾ। ਇਹਨਾਂ ਨੇ ਇਹ ਕਿਹਾ ਹੈ ਕਿ ਸਿੱਖ ਕਮਿਊਨਿਟੀ ਦੇ ਵਿੱਚ ਅਨਇੰਪਲੋਇਮੈਂਟ ਰੇਟ ਜਿਹੜਾ ਉਹ ਜ਼ਿਆਦਾ ਹੋ ਚੁੱਕਿਆ ਹੈ। ਤੇ ਇਹਨਾਂ ਨੇ ਇਹ ਵੀ ਕਿਹਾ ਕਿ ਮਾਈਨੋਰਿਟੀ ਵਾਸਤੇ ਜਿਹੜੀਆਂ ਵੀ ਸਕੀਮਸ ਚੱਲ ਰਹੀਆਂ ਨੇ, ਸਾਨੂੰ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟ ਕਰਨਾ ਚਾਹੀਦਾ ਹੈ, ਤਾਂ ਕਿ ਜਿਹੜਾ ਵੀ ਬੈਨੀਫਿਟ ਹੈ ਉਹ ਪ੍ਰੋਪਰ ਤਰੀਕੇ ਨਾਲ ਸਿਰਫ ਮਾਈਨੋਰਿਟੀ ਕਮਿਊਨਿਟੀ ਨੂੰ ਮਿਲ ਪਾਵੇ। ਠੀਕ ਹੈ। ਅਗਲਾ ਕੁਐਸਚਨ ਹੈ ਕਿ ਮਾਈਨੋਰਿਟੀ ਕਮਿਸ਼ਨ ਦੇ ਜਿਹੜੇ ਸਟੈਟਿਸਟਿਕਸ ਨੇ ਉਹਨਾਂ ਦੁਆਰਾ ਇਹ ਸ਼ੋਅ ਵੀ ਕੀਤਾ ਗਿਆ ਇਕਬਾਲ ਸਿੰਘ ਲਾਲਪੁਰਾ ਜੀ ਦੇ ਦੁਆਰਾ ਕਿ ਜਿਹੜਾ ਓਵਰਆਲ ਅਨਇੰਪਲੋਇਮੈਂਟ ਰੇਟ ਹੈ ਕੰਟਰੀ ਦਾ ਉਹ 4.6% ਹੈ। ਤੇ ਉਹਨਾਂ ਨੇ ਇਹ ਕਿਹਾ ਕਿ ਸਿੱਖਾਂ ਦਾ ਜਿਹੜਾ ਅਨਇੰਪਲੋਇਮੈਂਟ ਰੇਟ ਹੈ ਉਹ ਇਹਦੇ ਨਾਲੋਂ ਅਲੱਗ ਹੈ। ਹੁਣ ਸਿੱਖਾਂ ਦਾ ਅਨਇੰਪਲੋਇਮੈਂਟ ਰੇਟ ਜਿਹੜਾ ਸਿੱਖ ਕਮਿਊਨਿਟੀ ਦਾ ਉਹ ਕਿੰਨਾ ਹੈ ਤੁਸੀਂ ਦੱਸਣਾ ਹੈ। ਦੇਖੋ ਉਹਨਾਂ ਨੇ ਕੰਸਰਨ ਜ਼ਾਹਿਰ ਕੀਤਾ ਸੀ ਤਾਂ ਆਬਵੀਅਸਲੀ ਇੰਡੀਆ ਦੇ ਕਰੰਟ ਜਿਹੜਾ ਰੇਟ ਹੈ ਅਨਇੰਪਲੋਇਮੈਂਟ ਰੇਟ ਉਹਦੇ ਤੋਂ ਜ਼ਿਆਦਾ ਹੋਏਗਾ। 6.4% ਅਨਇੰਪਲੋਇਮੈਂਟ ਰੇਟ ਹੈਗਾ ਹੈ ਸਿੱਖ ਕਮਿਊਨਿਟੀ ਦੇ ਵਿੱਚ, ਤੇ ਓਵਰਆਲ ਇੰਡੀਆ ਦੇ ਵਿੱਚ ਜਿਹੜਾ ਤੁਹਾਡਾ ਅਨਇੰਪਲੋਇਮੈਂਟ ਰੇਟ ਹੈ ਉਹ ਹੈਗਾ 4.6%। ਨੈਕਸਟ ਕੁਐਸਚਨ ਹੈ ਕਿਹੜੀ ਸਟੇਟ ਗਵਰਨਮੈਂਟ ਨੇ ਇੱਕ ਸਪੈਸ਼ਲ ਕੈਂਪੇਨ ਲਾਂਚ ਕੀਤਾ ਜਿਹੜਾ ਕਿ ਪ੍ਰੋ ਪੂਅਰ ਕੈਂਪੇਨ ਸੀਗਾ। ਸਟੇਟ ਦੇ ਸਾਰੇ ਪਿੰਡਾਂ ਦੇ ਵਿੱਚ ਕੰਡਕਟ ਕੀਤਾ ਗਿਆ। ਇਹਦਾ ਪਰਪਸ ਸੀਗਾ ਕਿ 5 ਮਰਲਾ ਪਲਾਟ ਸਕੀਮ ਜਿਹੜੀ ਹੈ ਉਹਦੇ ਐਲੀਜੀਬਲ ਬੈਨੀਫੀਸ਼ੀਅਰੀਜ਼ ਨੂੰ ਆਇਡੈਂਟੀਫਾਈ ਕਰਨਾ, ਯਾਨੀ ਕਿ ਇਹ 5 ਮਰਲਾ ਪਲਾਟ ਸਕੀਮ ਦੇ ਜਿਹੜੇ ਵੀ ਐਲੀਜੀਬਿਲਟੀ ਵਾਲੇ ਕੈਂਡੀਡੇਟ ਨੇ ਉਹਨਾਂ ਨੂੰ ਤੁਸੀਂ ਚੂਜ਼ ਕਰੋਗੇ ਤੇ ਫਿਰ ਉਸ ਤੋਂ ਬਾਅਦ ਇਹ ਸਕੀਮ ਉਹਨਾਂ ਤੇ ਇੰਪਲੀਮੈਂਟ ਕਰੋਗੇ। ਆਨਸਰ ਹੈ ਪੰਜਾਬ। ਪੰਜਾਬ ਗਵਰਨਮੈਂਟ ਦੀ ਇਹ ਸਕੀਮ ਹੈ। ਇਹ ਜਿਹੜੀ ਸਕੀਮ ਹੈ ਉਹ ਫੋਕਸ ਕਰਦੀ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਜਿਹੜੇ ਪਲਾਟਸ ਨੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਪ੍ਰੋਪਰ ਡੀਮਾਰਕੇਟ ਕਰ ਸਕਦੇ ਹੋ, ਮੈਪਿੰਗ ਕਰ ਸਕਦੇ ਹੋ, ਤੇ ਲੈਂਡ ਜਿਸ ਇਨਸਾਨ ਨੂੰ ਬਿਲੋਂਗ ਕਰਦਾ ਹੈ ਉਹਨੂੰ ਤੁਸੀਂ ਪ੍ਰੋਪਰ ਟਾਈਟਲ ਦੇ ਸਕਦੇ ਹੋ। ਠੀਕ ਹੈ, ਯਾਨੀ ਕਿ ਉਹਨੂੰ ਰਾਈਟਸ ਦਿੱਤੇ ਜਾ ਸਕਦੇ ਨੇ। ਇਸ ਕਰਕੇ ਇਹ ਜਿਹੜਾ ਕੈਂਪੇਨ ਹੈ ਉਹ ਪਿੰਡਾਂ ਦੇ ਵਿੱਚ ਕੰਡਕਟ ਕੀਤਾ ਗਿਆ। ਨੈਕਸਟ ਕੁਐਸਚਨ ਤੁਹਾਡਾ ਨੈਸ਼ਨਲ ਪੈਨਸ਼ਨ ਸਕੀਮ ਦੇ ਉੱਪਰ ਹੈ। ਤੁਸੀਂ ਕਰੈਕਟ ਆਪਸ਼ਨ ਜਿਹੜਾ ਫਾਈਂਡ ਆਊਟ ਕਰਨਾ ਹੈ। ਐਕਚੁਅਲ ਦੇ ਵਿੱਚ ਇਹ ਕਿਉਂ ਕੁਐਸਚਨ ਫਰੇਮ ਹੋਇਆ, ਕਿਉਂਕਿ ਹੁਣੇ ਇੱਕ ਮੀਟਿੰਗ ਕੰਡਕਟ ਕੀਤੀ ਸੀ ਪੰਜਾਬ ਦੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਜੀ ਨੇ, ਜਿਹਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ ਜਿੰਨੇ ਵੀ ਪੰਜਾਬ ਦੇ EMPLOYEES ਨੇ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਉਹਨਾਂ ਨੂੰ ਨੈਸ਼ਨਲ ਪੈਨਸ਼ਨ ਸਕੀਮ ਦੇ ਅੰਡਰ ਉਹ ਕਰ ਸਕੀਏ, ਕੀ ਕਹਿੰਦੇ ਹੁੰਦੇ ਅਲਾਉ ਕਰ ਸਕੀਏ। ਠੀਕ ਹੈ, ਹੁਣ ਤੁਸੀਂ ਦੱਸਣਾ ਕਰੈਕਟ ਆਪਸ਼ਨ ਕਿਹੜਾ ਹੈ ਸਕੀਮ ਦੇ ਰਿਗਾਰਡਿੰਗ। ਪਹਿਲਾ ਜਿਹੜਾ ਨੈਸ਼ਨਲ ਪੈਨਸ਼ਨ ਸਿਸਟਮ ਦਾ ਆਪਸ਼ਨ ਹੈ ਉਹ ਹੈਗਾ ਹੈ ਕਿ ਗਵਰਨਮੈਂਟ ਸਪਾਂਸਰਡ ਪੈਨਸ਼ਨ ਸਕੀਮ ਹੈ ਤੇ 2004 ਦੇ ਵਿੱਚ ਲਾਂਚ ਹੋਈ ਸੀ। ਦੂਜਾ ਹੈ ਕਿ 2006 ਦੇ ਵਿੱਚ ਇਹਨੂੰ ਸਾਰੇ ਸੈਕਸ਼ਨਸ ਵਾਸਤੇ ਖੋਲ ਦਿੱਤਾ ਗਿਆ, ਯਾਨੀ ਕਿ ਨਾਨ ਗਵਰਨਮੈਂਟ EMPLOYEE ਵੀ ਇਹਦੇ ਵਿੱਚ ਇਨਰੋਲ ਹੋ ਸਕਦੇ ਸੀਗੇ। ਠੀਕ ਹੈ, ਇਨਰੋਲਮੈਂਟ ਉਹਨਾਂ ਦਾ ਪੋਸੀਬਲ ਸੀ। ਥਰਡ ਹੈ ਕਿ ਇਹ ਸਿਸਟਮ ਜਿਹੜਾ ਹੈ ਮੈਨੇਜ ਕੀਤਾ ਜਾਂਦਾ ਹੈ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਦੇ ਦੁਆਰਾ। ਦੇਖੋ ਜਿਹੜਾ ਕਰੈਕਟ ਆਪਸ਼ਨ ਹੈ ਉਹ ਤੁਹਾਡਾ 1 and 3 ਹੈ। ਠੀਕ ਹੈ, ਕਿਉਂਕਿ ਇਹ ਜਿਹੜੀ ਸਕੀਮ ਹੈ ਇਹ ਸਾਰੇ ਸੈਕਸ਼ਨ ਨੂੰ ਓਪਨ ਜ਼ਰੂਰ ਕੀਤੀ ਗਈ ਸੀ, ਲੇਕਿਨ ਜਿਹੜਾ ਸਾਲ ਸੀਗਾ ਉਹ ਸੀਗਾ 2009। 2009 ਦੇ ਵਿੱਚ ਇਹ ਸਾਰੇ ਸੈਕਸ਼ਨਸ ਨੂੰ ਓਪਨ ਕੀਤੀ ਗਈ ਸੀ। ਇਸ ਸਕੀਮ ਦੇ ਤਹਿਤ ਜਿਹੜੇ ਵੀ ਸਬਸਕ੍ਰਾਈਬਰ ਨੇ ਉਹ ਰੈਗੂਲਰਲੀ ਇੱਕ ਪੈਨਸ਼ਨ ਅਮਾਉਂਟ ਜਿਹੜੀ ਹੈ ਉਹਨੂੰ ਆਪਣੇ ਅਕਾਊਂਟ ਵਿੱਚ ਜਮ੍ਹਾਂ ਕਰਾ ਸਕਦੇ ਨੇ, ਤੇ ਜਦੋਂ ਰਿਟਾਇਰ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਮਤਲਬ ਕੀ ਕਹਿੰਦੇ ਹੁੰਦੇ ਫੈਸਿਲਿਟੀ ਦਿੱਤੀ ਜਾਂਦੀ ਹੈ ਕਿ ਉਹ ਜਾਂ ਤਾਂ ਇਕੱਠਾ ਅਮਾਉਂਟ ਕਢਾ ਲੈਣ ਜਿਹੜਾ ਉਹਨਾਂ ਨੇ ਜਮ੍ਹਾਂ ਕਰਵਾਇਆ, ਯਾਨੀ ਕਿ ਲੰਪ ਸਮ ਲੈ ਲੈਣ, ਜਾਂ ਫਿਰ ਉਹ ਕੀ ਕਰਨ ਮਹੀਨੇ ਦਾ ਪੈਨਸ਼ਨ ਉਹਦੇ ਵਿੱਚੋਂ ਲਗਵਾ ਸਕਦੇ ਨੇ। ਠੀਕ ਹੈ, ਇਸ ਕਰਕੇ ਇੰਪੋਰਟੈਂਟ ਹੈ। ਤੇ ਗਵਰਨਮੈਂਟ ਨੇ ਇਹ ਚੀਜ਼ ਵੀ ਅਲਾਉ ਕਰ ਦਿੱਤੀ ਹੈ ਕਿ ਹੁਣ ਤੁਹਾਨੂੰ ਇਕੱਠਾ ਅਮਾਉਂਟ ਜਿਹੜਾ ਮਿਲੇਗਾ, ਜੇ ਤੁਸੀਂ ਕਢਾਉਣਾ ਚਾਹੁੰਦੇ ਹੋ ਉਹਦੇ ਉੱਤੇ ਟੈਕਸ ਜਿਹੜਾ ਹੈ ਉਹ ਨਹੀਂ ਕੱਟਿਆ ਜਾਏਗਾ। ਨੈਕਸਟ ਕੁਐਸਚਨ ਹੈ ਪੰਜਾਬ CM ਚਰਨਜੀਤ ਸਿੰਘ ਚੰਨੀ ਜੀ ਨੇ ਆਰਡਰ ਦਿੱਤਾ ਹੈ ਕਿ ਇੱਕ ਪਾਰਟਿਕੂਲਰ ਸਕੀਮ ਦੀਆਂ ਜਿਹੜੀਆਂ ਗਰਲ ਬੈਨੀਫੀਸ਼ੀਅਰੀਜ਼ ਨੇ ਉਹਨਾਂ ਨੂੰ ਐਗਜ਼ੈਂਪਸ਼ਨ ਦਿੱਤਾ ਜਾਏਗਾ, ਯਾਨੀ ਕਿ ਜੇ ਉਹਨਾਂ ਦੀ ਇਨਕਮ ਸਾਲਾਨਾ ਇੰਨੀ ਬਣਦੀ ਹੈ ਇਸ ਤੋਂ ਘੱਟ ਹੈ ਉਹ ਉਸ ਸਕੀਮ ਵਿੱਚ ਐਨਰੋਲ ਹੋ ਸਕਦੀਆਂ ਨੇ। ਤੇ ਇਹ ਉਹਨਾਂ ਗਰਲ ਬੈਨੀਫੀਸ਼ੀਅਰੀਜ਼ ਵਾਸਤੇ ਹੈ ਜਿਨ੍ਹਾਂ ਨੇ ਕਿ COVID-19 ਪੈਂਡੇਮਿਕ ਦੇ ਵਿੱਚ ਆਪਣੇ ਦੋਨੋਂ ਪੇਰੈਂਟਸ ਜਿਹੜੇ ਨੇ ਉਹ ਗਵਾ ਲਏ ਨੇ। ਤੁਸੀਂ ਦੱਸਣਾ ਕਿਹੜੀ ਸਕੀਮ ਵਾਸਤੇ ਐਗਜ਼ੈਂਪਸ਼ਨ ਦੇਣ ਦੀ ਗੱਲ ਕੀਤੀ ਗਈ ਹੈ। ਆਨਸਰ ਹੈ ਆਸ਼ੀਰਵਾਦ ਸਕੀਮ। ਦੇਖੋ ਇਸ ਸਕੀਮ ਦੀ ਇਨਰੋਲਮੈਂਟ ਵਾਸਤੇ ਤੁਹਾਡੀ ਜਿਹੜੀ ਸਾਲਾਨਾ ਇਨਕਮ ਹੈ ਉਹ ਇੱਕ ਪਾਰਟਿਕੂਲਰ
ਤੋਂ ਘੱਟ ਹੋਣੀ ਚਾਹੀਦੀ ਹੈ। ਹੁਣ ਐਗਜ਼ੰਪਸ਼ਨ ਹੈ ਕਿ 32,790 ਤੋਂ ਘੱਟ ਹੈ, ਇਹਦੇ ਲਾਗੇ ਹੈ, ਤਾਂ ਤੁਹਾਨੂੰ ਐਗਜ਼ੰਪਸ਼ਨ ਮਿਲੇਗਾ, ਤੁਸੀਂ ਐਨਰੋਲ ਕਰ ਸਕਦੇ ਹੋ ਸਕੀਮ ਵਿੱਚ। ਆਸ਼ੀਰਵਾਦ ਸਕੀਮ ਜਿਹੜੀ ਹੈ ਐਕਚੁਅਲ 'ਚ ਜਦੋਂ ਲੜਕੀਆਂ ਦੇ ਵਿਆਹ ਦੇ ਵਿੱਚ ਜਿਹੜਾ ਸ਼ਗੁਨ ਦਿੱਤਾ ਜਾਂਦਾ, ਸ਼ਗੁਨ ਦੇ ਤੌਰ ਤੇ ਇਹ ਪੈਸਾ ਦਿੰਦੀ ਹੈ ਆਸ਼ੀਰਵਾਦ ਸਕੀਮ। ਹੁਣ ਇਹਦੇ ਤਹਿਤ 51,000 ਰੁਪਏ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਜੇ ਮੈਰਿਜ, ਕਿਸੇ ਲੜਕੀ ਦੀ ਮੈਰਿਜ ਹੋ ਰਹੀ ਹੈ ਸਰਕਾਰ ਵੱਲੋਂ। ਪਹਿਲਾਂ ਇਸ ਸਕੀਮ ਦਾ ਨਾਮ ਸ਼ਗੁਨ ਸੀਗਾ, ਹੁਣ ਬਦਲ ਕੇ ਇਹਦਾ ਨਾਮ ਆਸ਼ੀਰਵਾਦ ਸਕੀਮ ਹੋ ਚੁੱਕਾ ਹੈ। ਠੀਕ ਹੈ, ਨੈਕਸਟ ਕੁਐਸਚਨ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਜਿਹੜਾ ਉਹ ਸੈਲੀਬ੍ਰੇਟ ਹੋ ਰਿਹਾ ਹੈ। ਇਸੇ ਮੌਕੇ ਤੇ ਨਹਿਰੂ ਯੁਵਾ ਕੇਂਦਰ ਸੰਗਠਨ, ਜੋ ਕਿ ਮਿਨਿਸਟਰੀ ਆਫ ਯੂਥ ਅਫੇਅਰ ਸਪੋਰਟ ਦੇ ਅੰਡਰ ਆਉਂਦਾ ਹੈ, ਇਹਨਾਂ ਨੇ ਇੱਕ ਕਲੀਨ ਇੰਡੀਆ ਪ੍ਰੋਗਰਾਮ ਜਿਹੜਾ ਉਹ ਲਾਂਚ ਕੀਤਾ। ਇਹ ਪੂਰੇ ਸਟੇਟਸ ਤੇ ਯੂਟੀ ਜਿੰਨੀਆਂ ਵੀ ਨੇ ਸਾਡੇ ਕੰਟਰੀ 'ਚ, ਉਹਨਾਂ ਦੇ ਡਿਸਟ੍ਰਿਕਟਸ ਦੇ ਵਿੱਚ ਕੰਡਕਟ ਹੋਇਆ। ਤਾਂ ਟੋਟਲ ਕਿੰਨੇ ਡਿਸਟ੍ਰਿਕਟਸ 'ਚ ਇਹ ਪ੍ਰੋਗਰਾਮ ਕਲੀਨ ਇੰਡੀਆ ਪ੍ਰੋਗਰਾਮ ਕੰਡਕਟ ਹੋਇਆ, ਇਹ ਤੁਸੀਂ ਦੱਸਣਾ ਹੈ। ਆਨਸਰ ਹੈ ਟੋਟਲ 744 ਡਿਸਟ੍ਰਿਕਟਸ ਪੂਰੇ ਕੰਟਰੀ ਦੇ, ਹਰ ਇੱਕ ਸਟੇਟ ਦੇ ਟੋਟਲ, ਮਤਲਬ ਸਾਰੇ ਕੰਟਰੀ ਦੇ ਜਿਹੜੇ ਮਿਲਾ ਲਓ 744 ਡਿਸਟ੍ਰਿਕਟ ਦੇ ਵਿੱਚ ਇਹ ਜਿਹੜਾ ਕੈਂਪੇਨ ਹੈ ਕਲੀਨ ਇੰਡੀਆ ਪ੍ਰੋਗਰਾਮ ਇਹ ਕੰਡਕਟ ਹੋਇਆ, ਜਿਹਦੇ ਵਿੱਚ ਤੁਹਾਨੂੰ ਸਵੱਛਤਾ ਯਾਨੀ ਕਿ ਸਫਾਈ ਦੀ ਇੰਪੋਰਟੈਂਸ ਜਿਹੜੀ ਹੈ ਉਹ ਦੱਸੀ ਜਾਏਗੀ। ਠੀਕ ਹੈ, ਤੇ ਪੰਜਾਬ ਦੇ ਵਿੱਚ ਵੀ ਇਹ ਸਿਮਿਲਰ ਮੈਨਰ ਤੇ ਅੰਮ੍ਰਿਤਸਰ ਦੇ ਵਿੱਚ ਕੰਡਕਟ ਕੀਤਾ ਗਿਆ। ਨੈਕਸਟ ਕੁਐਸਚਨ ਹੈ, ਪੰਜਾਬ ਗਵਰਨਮੈਂਟ ਨੇ ਸੀਨੀਅਰ ਐਡਵੋਕੇਟ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਰਾਜਵਿੰਦਰ ਸਿੰਘ ਬੈਂਸ ਜੀ ਨੂੰ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਦੇ ਤੌਰ ਤੇ ਅਪਾਇੰਟ ਕੀਤਾ ਹੈ। ਠੀਕ ਹੈ, ਇਹ ਕਿਹੜੇ ਸੈਕਸ਼ਨ CRPC ਦੇ ਤਹਿਤ ਇਹਨਾਂ ਦਾ ਅਪਾਇੰਟਮੈਂਟ ਹੋਇਆ, ਇਹ ਤੁਸੀਂ ਦੱਸਣਾ ਹੈ। ਦੇਖੋ ਕੁਐਸਚਨ ਬਹੁਤ ਰੈਂਡਮ ਜਿਹਾ ਹੈ, ਪਰ ਫੇਰ ਵੀ ਇੰਪੋਰਟੈਂਟ ਹੋ ਸਕਦਾ ਹੈ। ਏਦਾਂ ਪੁੱਛਿਆ ਜਾ ਸਕਦਾ ਹੈ ਕਿ ਜਿਹੜੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਨੇ ਉਹ ਕਿਹੜੇ ਐਕਟ ਦੇ ਤਹਿਤ ਅਪਾਇੰਟਮੈਂਟ ਦਿੱਤਾ ਜਾਂਦਾ ਉਹਨਾਂ ਨੂੰ, ਤੇ ਜਿਹੜਾ ਤੁਹਾਡਾ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਉਹਦੇ ਤਹਿਤ ਇਹਨਾਂ ਨੂੰ ਅਪਾਇੰਟ ਕੀਤਾ ਜਾਂਦਾ ਹੈ। ਸੈਕਸ਼ਨ ਹੈ 24(8) ਕ੍ਰਿਮੀਨਲ ਪ੍ਰੋਸੀਜਰ ਕੋਡ 1973 ਦਾ, ਜਿਹਦੇ ਤਹਿਤ ਇਹਨਾਂ ਦਾ ਅਪਾਇੰਟਮੈਂਟ ਕੀਤਾ ਗਿਆ। ਨੈਕਸਟ ਕੁਐਸਚਨ ਤੁਹਾਡਾ ਮਾਹਰ ਰੈਜੀਮੈਂਟ ਦੇ ਉੱਤੇ ਹੈ। ਇਹ ਜਿਹੜੀ ਰੈਜੀਮੈਂਟ ਹੈ ਤੁਸੀਂ ਦੱਸਣਾ ਹੈ ਕਿ ਇਹਨੂੰ ਕਿਹੜੇ ਸਾਲ ਦੇ ਵਿੱਚ ਰੇਜ਼ ਕੀਤਾ ਗਿਆ ਸੀ, ਯਾਨੀ ਕਿ ਬਣਾਇਆ ਗਿਆ ਸੀ। ਦੇਖੋ ਡੇਟ ਸੀਗੀ 1 ਅਕਤੂਬਰ ਜਦੋਂ ਇਹਨੂੰ ਬਣਾਇਆ ਗਿਆ ਸੀ, ਤੇ 80 ਸਾਲ ਤੱਕ ਇਹਨੇ ਸਰਵ ਕੀਤਾ ਕੰਟਰੀ ਨੂੰ। ਦੇਖੋ ਮਾਹਰ ਰੈਜੀਮੈਂਟ ਜਿਹੜੀ ਹੈ ਜੇ 80 ਸਾਲ ਤੱਕ ਉਹਨੇ ਸਰਵ ਕੀਤਾ ਤਾਂ ਤੁਸੀਂ 2021 ਤੋਂ 80 ਨੂੰ ਮਾਈਨਸ ਕਰ ਦਿਓ, ਯਾਨੀ ਕਿ ਅਸੀਂ ਇਹਨਾਂ ਦੀ 80th ਜਿਹੜੀ ਰੇਜ਼ਿੰਗ ਡੇ ਹੈ ਉਹਨੂੰ ਸੈਲੀਬ੍ਰੇਟ ਕਰ ਰਹੇ ਹਾਂ। ਇਹ ਤੁਹਾਡੀ ਬੈਲਗਾਮ ਦੇ ਵਿੱਚ ਬਣੀ ਸੀਗੀ, ਇਹ ਚੀਜ਼ ਤੁਸੀਂ ਧਿਆਨ ਰੱਖੋਗੇ। ਸਾਲ ਸੀਗਾ ਮਾਈਨਸ ਕਰਕੇ ਵੀ ਜੇ ਤੁਸੀਂ ਦੇਖੋਗੇ 1941। ਹੁਣ ਇਹਨਾਂ ਨੂੰ 80 ਸਾਲ ਹੋ ਗਏ ਨੇ ਇਸ ਰੈਜੀਮੈਂਟ ਨੂੰ ਸਰਵ ਕਰਦੇ ਹੋਏ। ਬਹੁਤ ਇੰਪੋਰਟੈਂਟ ਚੀਜ਼ ਇਹ ਵੀ ਹੈ ਕਿ ਜਿਹੜੀ ਇਹ ਰੈਜੀਮੈਂਟ ਹੈ ਇਹਨੇ ਵਰਲਡ ਵਾਰ 2 ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਸੀਗਾ, ਤੇ ਜਿੰਨੀਆਂ ਵੀ ਮੇਜਰ ਵਾਰ ਸੀਗੀਆਂ ਆਜ਼ਾਦੀ ਤੋਂ ਬਾਅਦ ਜਿਹੜੀਆਂ ਕਿ ਇੰਡੀਆ ਨੇ ਦੂਜੇ ਕੰਟਰੀਜ਼ ਦੇ ਨਾਲ ਲੜੀਆਂ, ਉਹਦੇ ਵਿੱਚ ਵੀ ਇਸ ਮਾਹਰ ਰੈਜੀਮੈਂਟ ਦਾ ਬਹੁਤ ਹੀ ਵੱਡਾ ਕੰਟਰੀਬਿਊਸ਼ਨ ਸੀਗਾ। ਇਹਦਾ ਜਿਹੜਾ 80ਵਾਂ ਰੇਜ਼ਿੰਗ ਡੇ ਹੈ ਉਹਨੂੰ ਚੰਡੀਗੜ੍ਹ ਵਿਖੇ ਸੈਲੀਬ੍ਰੇਟ ਕੀਤਾ ਗਿਆ। ਠੀਕ ਹੈ, ਸਭ ਤੋਂ ਇੰਪੋਰਟੈਂਟ ਚੀਜ਼ ਹੋਰ ਤੁਸੀਂ ਜੇ ਧਿਆਨ ਰੱਖਣੀ ਹੋਵੇ ਤਾਂ ਜਿਹੜੇ ਵੀ ਡਿਫਰੈਂਟ ਪਾਰਟਿਸਿਪੈਂਟ ਸੀਗੇ ਇਸ ਰੈਜੀਮੈਂਟ ਦੇ, ਉਹਨਾਂ ਨੂੰ ਬਹੁਤ ਸਾਰੇ ਅਵਾਰਡ, ਗੈਲੈਂਟਰੀ ਅਵਾਰਡ ਦਿੱਤੇ ਗਏ ਨੇ, ਜਿਵੇਂ ਕਿ ਪਰਮਵੀਰ ਚੱਕਰ ਹੋ ਗਿਆ, ਅਸ਼ੋਕ ਚੱਕਰ ਹੋ ਗਿਆ। ਠੀਕ ਹੈ, ਨੈਕਸਟ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਸਕੀਮ ਜਾਂ ਕਿਹੜਾ ਮੇਲਾ ਪੈਨ ਇੰਡੀਆ ਇਨੀਸ਼ੀਏਟਿਵ ਹੈ ਜਿਹੜਾ ਕਿ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਦੇ ਦੁਆਰਾ ਮਨਾਇਆ ਜਾਂਦਾ ਹੈ। ਇਹਦੇ ਵਿੱਚ ਡਿਪਾਰਟਮੈਂਟ ਆਫ ਸਾਇੰਸ ਟੈਕਨੋਲੋਜੀ ਸਾਰੀ ਸਟੇਟ ਦੇ ਸਾਇੰਸ ਟੈਕਨੋਲੋਜੀ ਕਾਉਂਸਲ ਦੇ ਨਾਲ ਕੋਲੈਬੋਰੇਟ ਕਰਦਾ ਹੈ, ਤੇ ਪੂਰੇ ਕੰਟਰੀ ਦੇ ਵਿੱਚ ਸਾਡੀ ਜਿੰਨੀਆਂ ਵੀ ਸਾਇੰਸ ਟੈਕਨੋਲੋਜੀ ਦੀਆਂ ਇਨੋਵੇਸ਼ਨ ਹੋਈਆਂ ਨੇ ਉਹਨਾਂ ਨੂੰ ਸ਼ੋਕੇਸ ਕੀਤਾ ਜਾਂਦਾ ਹੈ, ਤੇ ਦੱਸਿਆ ਜਾਂਦਾ ਹੈ ਕਿ ਅਸੀਂ ਸਾਇੰਸ ਐਂਡ ਟੈਕਨੋਲੋਜੀ ਦੀ ਫੀਲਡ ਵਿੱਚ ਆਤਮ ਨਿਰਭਰ ਬਣੇ ਆ ਜਾਂ ਨਹੀਂ ਬਣੇ ਆ। ਆਨਸਰ ਹੈ ਵਿਗਿਆਨ ਉਤਸਵ। ਠੀਕ ਹੈ, ਮਿਨਿਸਟਰੀ ਆਫ ਸਾਇੰਸ ਐਂਡ ਟੈਕਨੋਲੋਜੀ ਜਿਹੜੀ ਹੈ ਉਹ ਹਰ ਸਾਲ ਇਹਨੂੰ ਸੈਲੀਬ੍ਰੇਟ ਕਰਦੀ ਹੈ, ਤੇ ਸ਼ੋਕੇਸ ਕੀਤਾ ਜਾਂਦਾ ਹੈ ਕਿ ਅਸੀਂ ਕਿਸ ਤਰੀਕੇ ਨਾਲ ਇਹਨੂੰ ਮਨਾ ਰਹੇ ਹਾਂ, ਕਿਸ ਤਰੀਕੇ ਨਾਲ ਸਾਡੀ ਸਾਇੰਸ ਟੈਕਨੋਲੋਜੀ ਜਿਹੜੀ ਹੈ ਉਹ ਰਿਸਰਚ ਐਂਡ ਡਿਵੈਲਪਮੈਂਟ ਜਿਹੜੀ ਹੈ ਉਹ ਇਨੋਵੇਟ ਹੋ ਰਹੀ ਹੈ। ਠੀਕ ਹੈ, ਪੰਜਾਬ ਦੇ ਵਿੱਚ ਵੀ ਇਹ ਜਿਹੜਾ ਹੈ ਸੈਲੀਬ੍ਰੇਟ ਕੀਤਾ ਗਿਆ, ਇਸੇ ਕਰਕੇ ਇੰਪੋਰਟੈਂਟ ਹੈ ਸਾਡੇ ਵਾਸਤੇ। ਪੰਜਾਬ ਦੇ ਵਿੱਚ PSCST ਯਾਨੀ ਕਿ ਪੰਜਾਬ ਦਾ ਸਾਇੰਸ ਟੈਕਨੋਲੋਜੀ ਡਿਪਾਰਟਮੈਂਟ ਹੈ ਜਿਹੜਾ, ਉਹਨੇ ਵਿਗਿਆਨ ਉਤਸਵ ਜਿਹੜਾ ਉਹ ਸੈਲੀਬ੍ਰੇਟ ਕੀਤਾ। ਨੈਕਸਟ ਕੁਐਸਚਨ ਗੋਟ ਦੇ ਉੱਪਰ ਹੈ। ਗੋਟ ਜਿਹੜੀ ਹੈ ਉਹਨੂੰ ਪਪੂਲੈਰਿਟੀ ਮਿਲ ਰਹੀ ਹੈ ਪੰਜਾਬ ਦੇ ਵਿੱਚ, ਇਹਦੇ ਰੀਜ਼ਨਸ ਕੀ ਨੇ ਤੁਸੀਂ ਇਹ ਦੱਸਣਾ ਹੈ। ਆਨਸਰ ਹੈ ਆਲ ਆਫ ਦ ਅਬਵ। ਹੁਣ ਇੱਕ ਇੱਕ ਪੁਆਇੰਟ ਤੁਸੀਂ ਧਿਆਨ ਰੱਖੋਗੇ। ਸਭ ਤੋਂ ਪਹਿਲੀ ਚੀਜ਼ ਹੈ ਕਿ ਇਹ ਵਾਈਡ ਵੈਰਾਈਟੀ ਆਫ ਫੀਡ ਰਿਸੋਰਸਿਸ ਜਿਹੜੇ ਨੇ ਗੋਟ ਕੰਜ਼ਿਊਮ ਕਰ ਲੈਂਦੀ ਹੈ। ਸੈਕਿੰਡ ਹੈ ਕਿ ਗੋਟ ਨੂੰ ਜੇ ਤੁਸੀਂ ਪਾਲਣਾ ਚਾਹੁੰਦੇ ਹੋ, ਬੱਕਰੀ ਪਾਲਣ ਜੇ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਜ਼ਿਆਦਾ ਕੈਪੀਟਲ ਜਾਂ ਇਨਵੈਸਟਮੈਂਟ ਨਹੀਂ ਚਾਹੀਦਾ, ਬਿਲਕੁਲ ਘੱਟ ਕੈਪੀਟਲ ਨਾਲ ਤੁਸੀਂ ਬੱਕਰੀ ਪਾਲਣ ਕਰ ਸਕਦੇ ਹੋ। ਥਰਡ ਹੈ ਕਿ ਇਹਨਾਂ ਦੀ ਜਿਹੜੀ ਸੈਕਸ਼ੂਅਲ ਮੈਚੁਰਿਟੀ ਆ ਬਹੁਤ ਜਲਦੀ ਹੁੰਦੀ ਹੈ, ਯਾਨੀ ਕਿ 9 ਤੋਂ 12 ਮਹੀਨੇ ਦੇ ਵਿੱਚ ਇਹ ਪ੍ਰਜਨਨ ਕਰ ਦਿੰਦੇ ਨੇ, ਇਸ ਕਰਕੇ ਵੀ ਬੱਕਰੀ ਪਾਲਣ ਕੀਤਾ ਜਾਂਦਾ ਹੈ। ਇਕੁਏਸ਼ਨ ਕਿਉਂ ਫਰੇਮ ਹੋਇਆ ਹੈ? ਕਿਉਂਕਿ ਡਿਪਾਰਟਮੈਂਟ ਆਫ ਵੈਟਰਨਰੀ ਐਨੀਮਲ ਹਸਬੈਂਡਰੀ ਐਕਸਟੈਂਸ਼ਨ ਲੁਧਿਆਣਾ ਦੇ ਵਿੱਚ ਇੱਕ ਹਫ਼ਤੇ ਦਾ ਇੱਕ ਪ੍ਰੋਗਰਾਮ ਲਗਾਇਆ ਗਿਆ,
ਜਿਹੜਾ ਕਿ ਆਜ਼ਾਦੀ ਕਾ ਮਹੋਤਸਵ ਸੈਲੀਬ੍ਰੇਟ ਕਰਨ ਦੇ ਵਾਸਤੇ ਲਗਾਇਆ ਗਿਆ ਸੀ। ਉਸ ਪ੍ਰੋਗਰਾਮ ਦੇ ਵਿੱਚ ਗੋਟ ਫਾਰਮਿੰਗ ਦੇ ਬੈਨੀਫਿਟ ਦੱਸੇ ਗਏ। ਦੇਖੋ ਜੇ ਆਪਾਂ ਹੋਰ ਵੀ ਗੋਟ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਡਿਮਾਂਡ ਜਿਹੜੀ ਆ ਬੱਕਰੀ ਦੇ ਦੁੱਧ ਦੀ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ, ਕਿਉਂਕਿ ਕਿਹਾ ਜਾਂਦਾ ਹੈ ਕਿ ਜਦੋਂ ਡੇਂਗੂ ਜਾਂ ਕੋਈ ਵਾਇਰਲ ਡਿਸੀਜ਼ ਹੁੰਦੀ ਹੈ ਉਹਦੇ ਵਿੱਚ ਲੋਕ ਬੱਕਰੀ ਦੇ ਦੁੱਧ ਦੀ ਬਹੁਤ ਜ਼ਿਆਦਾ ਡਿਮਾਂਡ ਕਰਦੇ ਨੇ, ਜਾਂ ਫਿਰ ਬੱਕਰੀ ਦੇ ਮੀਟ ਦੀ ਬਹੁਤ ਡਿਮਾਂਡ ਕਰਦੇ ਨੇ। ਇਸ ਕਰਕੇ ਵੀ ਬੱਕਰੀ ਦਾ ਜਿਹੜਾ ਪਾਲਣ ਪੋਸ਼ਣ ਹੈ ਜਾਂ ਪਾਲਣ ਹੈ ਉਹ ਪੰਜਾਬ ਦੇ ਵਿੱਚ ਵਾਧਾ ਹੋਇਆ ਦਿਖਾਈ ਦੇ ਰਿਹਾ ਹੈ। ਸਾਨੂੰ ਇਹ ਚੀਜ਼ ਕੰਸੀਡਰ ਕਰਨੀ ਚਾਹੀਦੀ ਹੈ ਕਿ ਹੋ ਸਕਦਾ ਹੈ ਕਿ ਅੱਗੇ ਚੱਲ ਕੇ ਮਤਲਬ ਬੱਕਰੀ ਪਾਲਣ ਜਿਹੜਾ ਹੈ, ਜਿਵੇਂ ਤੁਹਾਡਾ ਮੁਰਗੀ ਪਾਲਣ ਹੈ ਉਵੇਂ ਬੱਕਰੀ ਪਾਲਣ ਜਿਹੜਾ ਹੈ ਪੰਜਾਬ ਦੀ ਇਕਨੋਮੀ 'ਚ ਕੰਟਰੀਬਿਊਟ ਕਰੇ। ਨੈਕਸਟ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜੀ ਪਰਸਨੈਲਿਟੀ ਜਾਂ ਕਿਹੜੇ ਆਫੀਸਰ ਜਿਹੜੇ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਉਹ ਸਟੇਟ ਦੇ ਵਿੱਚ ਜਿਹੜੇ ਵੋਟਰਸ ਨੇ ਉਹਨਾਂ ਦੇ ਵਿੱਚ ਕਮਿਊਨੀਕੇਸ਼ਨ ਨੂੰ ਇਨਹਾਂਸ ਕਰਦੇ ਨੇ ਤੇ ਸਟੇਟ ਦੇ ਡਿਫਰੈਂਟ ਡਿਪਾਰਟਮੈਂਟਸ ਜਿਹੜੇ ਨੇ ਉਹਨਾਂ ਦੇ ਵਿੱਚ ਇਲੈਕਸ਼ਨ ਕੰਡਕਟ ਕਰਨ ਦੇ ਵਿੱਚ ਹੈਲਪ ਕਰਦੇ ਨੇ ਤੇ ਇਲੈਕਸ਼ਨ ਪ੍ਰੋਪਰ ਤਰੀਕੇ ਨਾਲ ਕੰਡਕਟ ਕਰਵਾਉਂਦੇ ਨੇ। ਦੇਖੋ ਕੁਐਸਚਨ ਜੇ ਤੁਸੀਂ ਸਮਝ ਗਏ ਹੋ ਉਹ ਇਹੀ ਹੈ ਕਿ ਸਟੇਟ ਦੇ ਵਿੱਚ ਇਲੈਕਸ਼ਨਸ ਨੂੰ ਕਰਵਾਉਣ ਦਾ ਪ੍ਰੋਪਰ ਜ਼ਿੰਮਾ, ਕੰਡਕਟ ਕਰਵਾਉਣ ਦਾ ਜ਼ਿੰਮਾ ਕਿਹਦੇ ਕੋਲ ਹੁੰਦਾ ਹੈ? ਆਨਸਰ ਹੈ ਚੀਫ ਇਲੈਕਟੋਰਲ ਆਫੀਸਰ। ਸਟੇਟ ਲੈਵਲ ਤੇ ਇਹਨਾਂ ਦਾ ਅਪਾਇੰਟਮੈਂਟ ਕੀਤਾ ਜਾਂਦਾ ਹੈ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹਰ ਇੱਕ ਸਟੇਟ ਗਵਰਨਮੈਂਟ ਦੇ ਨਾਲ ਸਲਾਹ ਕਰਕੇ ਸਟੇਟ ਦੇ ਵਿੱਚ ਚੀਫ ਇਲੈਕਟੋਰਲ ਆਫੀਸਰ ਜਿਹੜਾ ਉਹਨੂੰ ਅਪਾਇੰਟ ਕਰਦਾ ਹੈ। ਫਿਰ ਇਹ ਚੀਫ ਇਲੈਕਟੋਰਲ ਆਫੀਸਰ ਜਿਹੜਾ ਹੈ ਇਹ ਸਟੇਟ ਦੇ ਵਿੱਚ ਜਿਹੜੇ ਇਲੈਕਸ਼ਨਸ ਹੁੰਦੇ ਨੇ, ਸਟੇਟ ਇਲੈਕਸ਼ਨਸ ਦੀ ਗੱਲ ਨਹੀਂ ਹੋ ਰਹੀ, ਸਟੇਟ ਦੇ ਵਿੱਚ ਜਿਹੜੇ ਇਲੈਕਸ਼ਨਸ ਹੁੰਦੇ ਨੇ ਚਾਹੇ ਉਹ ਮਤਲਬ ਤੁਸੀਂ ਇਹ ਸਮਝੋ ਕਿ ਇੰਡੀਆ ਲੈਵਲ ਦੀ ਇਲੈਕਸ਼ਨ ਨੇ ਚਾਹੇ ਸਟੇਟ ਲੈਵਲ ਦੀ ਇਲੈਕਸ਼ਨ ਨੇ, ਉਹ ਇਹਨਾਂ ਨੂੰ ਹੈਂਡਲ ਕਰਦਾ ਹੈ ਚੀਫ ਇਲੈਕਟੋਰਲ ਆਫੀਸਰ। ਇੰਪੋਰਟੈਂਟ ਇਹ ਹੈ ਕਿ ਪੰਜਾਬ ਦੇ ਚੀਫ ਇਲੈਕਟੋਰਲ ਆਫੀਸਰ ਕੌਣ ਨੇ? ਧਿਆਨ ਰੱਖੋਗੇ ਡਾਕਟਰ ਐਸ ਕਰੁਣਾ ਰਾਜੂ, ਠੀਕ ਹੈ, ਇਹ ਤੁਹਾਡੇ ਪੰਜਾਬ ਦੇ ਚੀਫ ਇਲੈਕਟੋਰਲ ਆਫੀਸਰ ਨੇ। ਤੁਸੀਂ ਹੋਰ ਵੀ ਚੀਜ਼ਾਂ ਧਿਆਨ ਰੱਖ ਸਕਦੇ ਹੋ ਕਿ ਜਿਹੜੀ ਪੂਰੀ ਮਤਲਬ ਜੇ ਪੁੱਛਿਆ ਜਾਵੇ ਕਿ ਚੀਫ ਇਲੈਕਟੋਰਲ ਆਫੀਸਰ ਜਿਹੜਾ ਇਹਨੂੰ ਪਾਵਰ ਕਿੱਥੋਂ ਮਿਲਦੀ ਹੈ ਤਾਂ ਤੁਹਾਡਾ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ 1950 ਤੇ 51 ਜਿਹੜਾ ਹੈ ਉਹਦੇ ਵਿੱਚ ਇਹਨਾਂ ਦੀ ਫੰਕਸ਼ਨਿੰਗ ਬਾਰੇ ਪ੍ਰੋਪਰ ਲਿਖਿਆ ਗਿਆ ਹੈ। ਇਹਨਾਂ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਹੈ ਉਹ ਕਿਸੇ ਵੀ ਤਰੀਕੇ ਦੇ ਕੋਡ ਨੂੰ ਵਾਇਲੇਟ ਕਰਕੇ ਜਾਂ ਮਿਸਯੂਜ਼ ਕਰਕੇ ਸਟੇਟ ਦੇ ਵਿੱਚ ਇਲੈਕਸ਼ਨ ਦੇ ਮਾਹੌਲ ਨੂੰ ਖਰਾਬ ਨਾ ਕਰੇ, ਇਹਨਾਂ ਦਾ ਇਹ ਜ਼ਿੰਮਾ ਹੁੰਦਾ ਹੈ। ਨੈਕਸਟ ਕੁਐਸਚਨ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਕੀ ਟੀਮ ਨੇ ਘੁੰਮਣਹੇੜਾ ਰਾਈਜ਼ਰ ਨੂੰ ਹਰਾਇਆ ਹੈ। ਇਹ ਜਿਹੜੀ ਹਾਰ ਹੈ ਘੁੰਮਣਹੇੜਾ ਰਾਈਜ਼ਰ ਦੀ, ਇਹ ਨੈਸ਼ਨਲ ਗੇਮ ਦੇ ਵਿੱਚ ਹੋਈ। ਇਹ ਨੈਸ਼ਨਲ ਗੇਮ ਜਿਹੜੀਆਂ ਨੇ ਕਿੱਥੇ ਕੰਡਕਟ ਹੋਈਆਂ ਜਿੱਥੇ ਹਾਕੀ ਟੀਮ ਆਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਘੁੰਮਣਹੇੜਾ ਰਾਈਜ਼ਰ ਨੂੰ ਹਰਾਇਆ। ਇਹ ਤੁਹਾਡੀਆਂ ਭੋਪਾਲ ਯਾਨੀ ਕਿ ਮੱਧ ਪ੍ਰਦੇਸ਼ ਦੇ ਵਿੱਚ ਨੈਸ਼ਨਲ ਗੇਮਸ ਕੰਡਕਟ ਹੋਈਆਂ ਸੀਗੀਆਂ। ਦੇਖੋ ਕੁਐਸਚਨ ਇੱਦਾਂ ਆ ਸਕਦਾ ਹੈ ਕਿ ਨੈਸ਼ਨਲ ਗੇਮਸ ਕਿੱਥੇ ਹੋਈਆਂ, ਤਾਂ ਭੋਪਾਲ ਐਮਪੀ ਦੇ ਵਿੱਚ ਕੰਡਕਟ ਹੋਈਆਂ। ਨੈਕਸਟ ਕੁਐਸਚਨ ਹੈ, ਇੱਕ ਬਹੁਤ ਹੀ ਹਾਈ ਲੈਵਲ ਡੈਲੀਗੇਸ਼ਨ ਆਇਆ ਸੀ ਇੱਕ ਪਾਰਟਿਕੂਲਰ ਸਟੇਟ ਤੋਂ, ਉਸ ਸਟੇਟ ਦੇ ਹਾਰਟੀਕਲਚਰ ਮਿਨਿਸਟਰ ਨੇ ਇਸ ਡੈਲੀਗੇਸ਼ਨ ਵਿੱਚ ਪਾਰਟਿਸਿਪੇਟ ਕੀਤਾ ਤੇ ਆ ਕੇ ਪੰਜਾਬ ਦੇ ਹਾਰਟੀਕਲਚਰ ਮਿਨਿਸਟਰ ਦੇ ਨਾਲ ਮੀਟਿੰਗ ਕੀਤੀ। ਪੰਜਾਬ ਦੇ ਹਾਰਟੀਕਲਚਰ ਮਿਨਿਸਟਰ ਦਾ ਨਾਮ ਹੈ ਰਾਣਾ ਗੁਰਜੀਤ ਸਿੰਘ। ਇਸ ਡੈਲੀਗੇਸ਼ਨ ਦੇ ਵਿੱਚ ਮੀਟਿੰਗ ਦੇ ਵਿੱਚ ਦੋਨਾਂ ਸਟੇਟਸ ਨੇ ਇਹ ਮਤਲਬ ਕੰਸੀਡਰ ਕੀਤਾ ਕਿ ਅਸੀਂ ਟੈਕਨੋਲੋਜੀ ਨੂੰ ਆਪਸ 'ਚ ਐਕਸਚੇਂਜ ਕਰਾਂਗੇ ਤਾਂ ਕਿ ਅਸੀਂ ਆਪਣੇ ਸਟੇਟ ਦੇ ਵਿੱਚ ਫਰੂਟਸ ਤੇ ਵੈਜੀਟੇਬਲਸ ਦਾ ਜਿਹੜਾ ਪ੍ਰੋਡਕਸ਼ਨ ਹੈ ਉਹਨੂੰ ਇਨਕਰੀਜ਼ ਕਰ ਸਕੀਏ। ਹੁਣ ਤੁਸੀਂ ਦੱਸਣਾ ਇਹ ਹੈ ਕਿ ਕਿਹੜੀ ਸਟੇਟ ਦੇ ਨਾਲ ਪੰਜਾਬ ਦੇ ਹਾਰਟੀਕਲਚਰ ਮਿਨਿਸਟਰ ਨੇ ਇਹ ਮੀਟਿੰਗ ਜਿਹੜੀ ਉਹ ਕੰਡਕਟ ਕੀਤੀ। ਧਿਆਨ ਰੱਖੋਗੇ ਮਹਾਰਾਸ਼ਟਰ ਦੇ ਹਾਰਟੀਕਲਚਰ ਮਿਨਿਸਟਰ ਦੇ ਦੁਆਰਾ ਇਹ ਡੈਲੀਗੇਸ਼ਨ ਜਿਹੜਾ ਪੰਜਾਬ ਵਿੱਚ ਲਿਆਂਦਾ ਗਿਆ ਤੇ ਕਾਫੀ ਚੀਜ਼ਾਂ ਕੰਸੀਡਰ ਕੀਤੀਆਂ ਗਈਆਂ। ਇਹ ਵੀ ਕੰਸੀਡਰ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਅਸੀਂ ਮਹਾਰਾਸ਼ਟਰ ਤੋਂ ਵਧੀਆ ਲਰਨਿੰਗ ਟੈਕਨੀਕ ਸਿੱਖ ਸਕਦੇ ਹਾਂ, ਕਿਉਂਕਿ ਮਹਾਰਾਸ਼ਟਰ ਦੇ ਵਿੱਚ ਫਰੂਟਸ ਦਾ ਕਲਟੀਵੇਸ਼ਨ ਬਹੁਤ ਵਧੀਆ ਹੁੰਦਾ ਹੈ। ਨਾਗਪੁਰ ਦੇ ਜਿਵੇਂ ਕਿ ਔਰੇਂਜਿਸ ਬਹੁਤ ਫੇਮਸ ਨੇ, ਗ੍ਰੇਪਸ ਉੱਥੇ ਦੇ ਬਹੁਤ ਫੇਮਸ ਨੇ, ਤੇ ਇਸ ਕਰਕੇ ਅਸੀਂ ਉਹਨਾਂ ਤੋਂ ਟੈਕਨੋਲੋਜੀ ਐਕਵਾਇਰ ਕਰ ਸਕਦੇ ਹਾਂ, ਡਿਫਰੈਂਟ ਟੈਕਨੀਕ ਸਿੱਖ ਸਕਦੇ ਹਾਂ, ਜਿਹਦੇ ਨਾਲ ਪੰਜਾਬ ਨੂੰ ਮਾਰਕੀਟਿੰਗ ਦਾ ਫਰੂਟ ਮਾਰਕੀਟਿੰਗ 'ਚ ਬਹੁਤ ਫਾਇਦਾ ਹੋਏਗਾ। ਇਸ ਤੋਂ ਇਲਾਵਾ ਮਹਾਰਾਸ਼ਟਰ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਏਗਾ ਕਿਉਂਕਿ ਜਦੋਂ ਟੈਕਨੋਲੋਜੀ ਜਾਂ ਮਾਰਕੀਟਿੰਗ ਦੀਆਂ ਚੀਜ਼ਾਂ ਐਕਸਚੇਂਜ ਹੋਣਗੀਆਂ ਤਾਂ ਦੋਨੋਂ ਹੀ ਸਟੇਟਸ ਜਿਹੜੀਆਂ ਨੇ ਉਹ ਮਿਊਚੁਅਲੀ ਬੈਨੀਫੀਸ਼ੀਅਲ ਰਹਿਣਗੀਆਂ। ਨੈਕਸਟ ਕੁਐਸਚਨ ਹੈ, ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ ਦਾ ਕਿੰਨਵਾਂ ਐਡੀਸ਼ਨ ਜਿਹੜਾ ਹੋਣ ਜਾ ਰਿਹਾ ਹੈ? ਇਸ ਐਡੀਸ਼ਨ ਤੋਂ ਹੋਣ ਤੋਂ ਪਹਿਲਾਂ ਪ੍ਰਿੰਸੀਪਲ ਸੈਕਟਰੀ ਇੰਡਸਟਰੀ ਕਮਰਸ ਐਂਡ ਇਨਵੈਸਟਮੈਂਟ ਪ੍ਰਮੋਸ਼ਨ ਤੇਜਵੀਰ ਸਿੰਘ ਜੀ ਨੇ ਬਹੁਤ ਸਾਰੇ ਇੰਡਸਟਰੀਅਲਿਸਟ ਦੇ ਨਾਲ ਮਿਲ ਕੇ ਇੰਟਰੈਕਸ਼ਨ ਕੰਡਕਟ ਕੀਤਾ। ਧਿਆਨ ਰੱਖੋਗੇ 4th ਐਡੀਸ਼ਨ ਜਿਹੜਾ ਹੈ ਇਸ ਸਮਿਟ ਦਾ ਜਲਦੀ ਹੀ ਹੋਣ ਜਾ ਰਿਹਾ ਹੈ। ਇਸ ਦਾ ਪਰਪਸ ਕੀ ਹੈ ਸਮਿਟ ਦਾ? ਜ਼ਿਆਦਾ ਤੋਂ ਜ਼ਿਆਦਾ ਇਨਵੈਸਟਮੈਂਟ ਕ੍ਰੀਏਟ ਕਰਨਾ ਪੰਜਾਬ 'ਚ। ਇੰਡਸਟਰੀਅਲਿਸਟ ਨੂੰ ਤੁਸੀਂ ਕੌਨਫੀਡੈਂਸ 'ਚ ਲੈ ਕੇ ਆਉਣਾ ਹੈ ਕਿ ਪੰਜਾਬ ਦੇ ਵਿੱਚ ਡਿਫਰੈਂਟ ਇੰਡਸਟਰੀ 'ਚ ਇਨਵੈਸਟ ਕਰੋ ਤੇ ਇਨਵੈਸਟਮੈਂਟ ਜਿਹੜਾ ਹੈ ਕਿਵੇਂ ਪੰਜਾਬ ਦੀ ਇਕਨੋਮੀ ਨੂੰ ਵੀ ਗਰੋ ਕਰੇਗਾ ਤੇ ਉਹਨਾਂ ਨੂੰ ਪ੍ਰੋਫਿਟ ਵੀ ਅਰਨ ਕਰਵਾਏਗਾ।
ਨੈਕਸਟ ਕੁਐਸਚਨ ਹੈ ਸਟੇਟ ਗਵਰਨਮੈਂਟ ਦੇ ਜਿਹੜੇ ਇਨਵੈਸਟਰਸ ਨੇ, ਮਤਲਬ ਸਟੇਟ ਗਵਰਨਮੈਂਟ ਜਿਹੜੇ ਵੀ ਇਨਵੈਸਟਰਸ ਨੇ ਇਨਵੈਸਟਮੈਂਟ ਕੀਤਾ ਹੈ, ਉਹਨਾਂ ਨੇ ਪੰਜਾਬ ਦੇ ਬਹੁਤ ਸਾਰੇ ਪ੍ਰੋਜੈਕਟ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ 4 ਇੰਡਸਟਰੀਅਲ ਪਾਰਕ ਬਣਨ ਜਾ ਰਹੇ ਨੇ, ਉਹਨਾਂ ਦਾ ਬਹੁਤ ਇੰਪੋਰਟੈਂਸ ਰਹੇਗਾ ਇਨਵੈਸਟਮੈਂਟ ਨੂੰ ਫੈਚ ਕਰਨ ਵਾਸਤੇ। ਹੁਣ ਇਹ 4 ਇੰਡਸਟਰੀਅਲ ਪਾਰਕ ਕਿੱਥੇ-ਕਿੱਥੇ ਬਣ ਰਹੇ ਨੇ, ਅਸੀਂ ਪਹਿਲਾਂ ਵੀ ਕਾਫੀ ਕੁਐਸਚਨਸ ਕੀਤਾ ਹੈ ਪਿਛਲੇ ਮੰਥਸ ਦੇ ਕਰੰਟ ਅਫੇਅਰਸ 'ਚ। ਇਹ ਬਣ ਰਹੇ ਨੇ ਬਠਿੰਡਾ, ਸੰਗਰੂਰ, ਰਾਜਪੁਰਾ ਤੇ ਹੁਸ਼ਿਆਰਪੁਰ ਡਿਸਟ੍ਰਿਕਟ। ਡਿਸਟ੍ਰਿਕਟ ਧਿਆਨ ਰੱਖੋਗੇ, ਬਹੁਤ ਇੰਪੋਰਟੈਂਟ ਹੈ। ਦੱਸਣਾ ਤੁਸੀਂ ਇਹ ਹੈ ਕਿ ਕਿੰਨੇ ਏਕੜ ਦੇ ਲੈਂਡ ਵਿੱਚ ਤੁਹਾਡੇ ਇੰਡਸਟਰੀਅਲ ਪਾਰਕ ਬਣਾਏ ਜਾ ਰਹੇ ਨੇ। ਆਨਸਰ ਹੈ ਟੋਟਲ 3100 ਏਕੜ ਦੇ ਲੈਂਡ ਵਿੱਚ ਇਹ 4 ਇੰਡਸਟਰੀਅਲ ਪਾਰਕਸ ਜਿਹੜੇ ਨੇ ਉਹ ਬਣਾਏ ਜਾਣਗੇ ਤੇ ਇਨਵੈਸਟਰਸ ਜਿਹੜੇ ਨੇ ਉਹਨਾਂ ਨੇ ਇਹਨਾਂ ਦੀ ਬਹੁਤ ਪ੍ਰਸ਼ੰਸਾ ਕੀਤੀ। ਇਹ ਇੰਡਸਟਰੀਅਲ ਪਾਰਕ ਇੰਡਸਟਰੀਅਲ ਗਰੋਥ ਵਾਸਤੇ ਪੰਜਾਬ ਦੇ ਬਹੁਤ ਵਧੀਆ ਸਾਬਿਤ ਹੋ ਸਕਦੇ ਨੇ। ਨੈਕਸਟ ਕੁਐਸਚਨ ਕੁਸੁਮ ਸਕੀਮ ਦੇ ਉੱਤੇ ਹੈ। ਕੁਸੁਮ ਸਕੀਮ ਸੈਂਟਰਲ ਗਵਰਨਮੈਂਟ ਦੀ ਸਕੀਮ ਹੈ। ਇਹਦੇ ਤਹਿਤ ਗ੍ਰਿਡ ਕਨੈਕਟਡ ਸੋਲਰ ਸੈੱਲ ਜਿਹੜੇ ਨੇ ਉਹ ਪੰਜਾਬ ਦੀ ਸਰਕਾਰ ਕਿਸਾਨਾਂ ਨੂੰ ਵੰਡਦੀ ਹੈ, ਯਾਨੀ ਕਿ ਉਹਨਾਂ ਨੂੰ ਸੋਲਰ ਪਾਵਰ ਪ੍ਰੋਜੈਕਟ ਲਗਾਉਣ ਦਾ ਮੌਕਾ ਦਿੱਤਾ ਜਾਂਦਾ ਹੈ ਆਪਣੇ ਫਾਰਮ ਦੇ ਫੀਲਡ ਦੇ ਉੱਤੇ, ਠੀਕ ਹੈ, ਕਿਸਾਨਾਂ ਨੂੰ, ਤਾਂ ਕਿ ਉਹ ਇਨਕਮ ਜਿਹੜੀ ਆ ਅਰਨ ਕਰ ਪਾਣ। ਹੁਣ ਤੁਸੀਂ ਇਹ ਦੱਸਣਾ ਹੈ ਕਿ ਇਹਦੇ ਤਹਿਤ ਟੋਟਲ ਕਿੰਨੀ ਕੈਪੈਸਿਟੀ ਦੇ ਪਾਵਰ ਪਲਾਂਟ ਜਿਹੜੇ ਨੇ ਉਹ ਡਿਸਟ੍ਰੀਬਿਊਟ ਕੀਤੇ ਜਾਣਗੇ ਬਾਈ ਦਾ ਪੰਜਾਬ ਗਵਰਨਮੈਂਟ। ਆਨਸਰ ਹੈ ਕਿ ਪੰਜਾਬ ਦੀ ਸਰਕਾਰ ਦਾ ਕਹਿਣਾ ਹੈ ਕਿ ਅਸੀਂ 220 ਮੈਗਾਵਾਟ ਕੈਪੈਸਿਟੀ ਦਾ ਜਿਹੜਾ ਪ੍ਰੋਡਕਸ਼ਨ ਹੈ ਉਹ ਸੋਲਰ એનર્ਜੀ ਰਾਹੀਂ ਕਰਾਂਗੇ ਅੰਡਰ ਦਾ ਕੁਸੁਮ ਸਕੀਮ। ਯਾਨੀ ਕਿ ਸਾਡਾ ਇਹਨਾਂ ਦਾ ਮਤਲਬ ਹੈ ਇਹ ਹੈ ਕਿ ਅਸੀਂ ਕੁਸੁਮ ਸਕੀਮ ਦੇ ਤਹਿਤ ਬਹੁਤ ਸਾਰੇ ਸੋਲਰ ਪੰਪ ਜਿਹੜੇ ਨੇ ਉਹਨਾਂ ਨੂੰ ਡਿਸਟ੍ਰੀਬਿਊਟ ਕਰਾਂਗੇ ਕਿਸਾਨਾਂ ਦੇ ਵਿੱਚ, ਤੇ ਫੋਟੋਵੋਲਟਿਕ ਸੈੱਲ ਡਿਸਟ੍ਰੀਬਿਊਟ ਕਰਾਂਗੇ ਤਾਂ ਕਿ ਕਿਸਾਨ ਆਪਣੇ ਫੀਲਡ ਦੇ ਵਿੱਚ ਸੋਲਰ ਪਾਵਰ ਜਿਹੜੀ ਹੈ ਉਹਨੂੰ ਜਨਰੇਟ ਕਰ ਸਕਣ ਤੇ ਗ੍ਰਿਡ ਦੇ ਨਾਲ ਉਹਨੂੰ ਕਨੈਕਟ ਕੀਤਾ ਜਾਏਗਾ। ਉਹ ਪਾਵਰ ਉੱਥੇ ਸਟੋਰ ਹੋ ਜਾਏਗੀ। ਇਹ ਪਾਵਰ ਫਿਰ ਪਾਵਰ ਕਾਰਪੋਰੇਸ਼ਨ ਕੋ ਜਾਏਗੀ ਤੇ ਟ੍ਰਾਂਸਮਿਟ ਕੀਤੀ ਜਾਏਗੀ। ਕਿਸਾਨਾਂ ਨੂੰ ਇਹਦੇ ਇਨ ਰਿਟਰਨ ਵਿੱਚ ਪੈਸਾ ਦਿੱਤਾ ਜਾਏਗਾ। ਹੁਣ ਇਹ ਕਿੰਨੀ ਕੈਪੈਸਿਟੀ ਦੇ ਵਾਸਤੇ ਕਿਹਾ ਗਿਆ ਹੈ ਕਿ 220 ਮੈਗਾਵਾਟ ਦੀ ਕੈਪੈਸਿਟੀ ਅਸੀਂ ਜਿਹੜੀ ਹੈ ਜਨਰੇਟ ਕਰਾਂਗੇ ਅੰਡਰ ਦਿਸ ਕੁਸੁਮ ਸਕੀਮ। ਨੈਕਸਟ ਕੁਐਸਚਨ 85th ਅਮੈਂਡਮੈਂਟ ਦੇ ਉੱਪਰ ਹੈ। ਕਨਸਟੀਟਿਊਸ਼ਨ ਦਾ ਜਿਹੜਾ 85th ਅਮੈਂਡਮੈਂਟ ਹੈ ਇਹਨੇ ਕਿਹੜੇ ਆਰਟੀਕਲ ਨੂੰ ਕਨਸਟੀਟਿਊਸ਼ਨ ਦੇ ਅਮੈਂਡ ਕੀਤਾ ਸੀ, ਇਹ ਤੁਸੀਂ ਦੱਸਣਾ ਹੈ। ਬਹੁਤ ਹੀ ਇੰਪੋਰਟੈਂਟ ਆਰਟੀਕਲ ਸੀਗਾ ਤੁਹਾਡਾ 16 ਆਰਟੀਕਲ। 16 ਆਰਟੀਕਲ ਦਾ ਕਲੌਜ਼ ਸੀਗਾ 4A ਜਿਹਨੂੰ ਇਹਨੇ ਅਮੈਂਡ ਕੀਤਾ ਸੀ। ਇਹਦਾ ਪਰਪਸ ਕੀ ਸੀ ਅਮੈਂਡਮੈਂਟ ਦਾ ਕਿ SC/ST ਗਵਰਨਮੈਂਟ EMPLOYE ਜਿਹੜੇ ਨੇ ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤਾ ਜਾਏਗਾ ਇਨ ਪ੍ਰਮੋਸ਼ਨਸ ਆਲਸੋ, ਕਿ ਜੇ ਪ੍ਰਮੋਸ਼ਨ ਹੁੰਦਾ ਹੈ ਉਹਨਾਂ ਦਾ ਕਿਸੇ ਵੀ ਡਿਪਾਰਟਮੈਂਟ ਉਹਦੇ ਵਿੱਚ ਵੀ ਉਹਨਾਂ ਨੂੰ ਰਿਜ਼ਰਵੇਸ਼ਨ ਮਿਲੇਗਾ। ਇਹ ਨਿਊਜ਼ ਦੇ ਵਿੱਚ ਇਸ ਲਈ ਸੀਗਾ ਕਿਉਂਕਿ ਲਗਾਤਾਰ ਪੰਜਾਬ 'ਚ ਕੰਟਰੋਵਰਸੀ ਚੱਲ ਰਹੀ ਹੈ ਲੈ ਕੇ ਕਿ 85th ਅਮੈਂਡਮੈਂਟ ਜਿਹੜਾ ਹੈ ਉਹਨੂੰ ਪੰਜਾਬ 'ਚ ਬਹੁਤ ਸਾਰੇ ਡਿਪਾਰਟਮੈਂਟ ਇੰਪਲੀਮੈਂਟ ਨਹੀਂ ਕਰ ਰਹੇ, ਯਾਨੀ ਕਿ ਰਿਜ਼ਰਵੇਸ਼ਨ ਦੇ ਬੇਸ ਤੇ ਪ੍ਰਮੋਸ਼ਨ ਨਹੀਂ ਦੇ ਰਹੇ। ਇਸ ਕਰਕੇ ਜਿਹੜਾ ਕਮਿਸ਼ਨ ਹੈ ਪੰਜਾਬ ਦਾ SC ਕਮਿਸ਼ਨ ਉਹ ਵੀ ਐਕਟਿਵ ਹੋ ਚੁੱਕਾ ਹੈ। ਤਾਂ ਤੁਹਾਡੇ ਵਾਸਤੇ ਜਿਹੜਾ 85ਵਾਂ ਅਮੈਂਡਮੈਂਟ ਹੈ ਇੰਪੋਰਟੈਂਟ ਹੈ। ਅਗਲਾ ਕੁਐਸਚਨ ਵੀ ਇੰਪੋਰਟੈਂਟ ਹੈ। ਇਹ ਦੇਖੋ ਐਗਜ਼ਾਮਪਲ ਦੇ ਤੌਰ ਤੇ ਵੀ ਯੂਜ਼ ਕੀਤਾ ਜਾ ਸਕਦਾ ਹੈ ਜੇ ਤੁਸੀਂ ਐਸੇ ਵਗੈਰਾ ਲਿਖਦੇ ਹੋ ਤਾਂ। ਇਹ ਕੁਐਸਚਨ ਇਹ ਹੈ ਕਿ ਇੱਕ ਪ੍ਰੋਗਰੈਸਿਵ ਫਾਰਮਰ ਨੇ ਤੁਹਾਡੇ ਨਾਨੋਵਾਲ ਖੁਰਦ ਪਿੰਡ ਦੇ, ਇਹਨਾਂ ਨੇ 6 ਸਾਲ ਤੋਂ ਪਰਾਲੀ ਨਹੀਂ ਸਾੜੀ ਤੇ ਇਹਨਾਂ ਨੇ ਜਿਹੜੀ ਵੀ ਅਗਲੀ ਕ੍ਰੌਪ ਉਗਾਈ ਹੈ ਉਹਦੇ ਵਾਸਤੇ ਜਿਹੜੇ ਕ੍ਰੌਪ ਦੇ ਵਿੱਚ ਸਟ੍ਰॉ ਸੀਗੀਆਂ ਉਹਨਾਂ ਨੂੰ ਰਿਮੂਵ ਕਰਨ ਵਾਸਤੇ ਨਵੇਂ-ਨਵੇਂ ਇਕਵਿਪਮੈਂਟ ਯੂਜ਼ ਕੀਤੇ, ਜਿਵੇਂ ਕਿ ਰੋਟਾਵੇਟਰ ਹੋ ਗਏ, ਹੈਪੀਸੀਡਸ ਹੋ ਗਏ, ਪਲੌਜ਼ ਹੋ ਗਈਆਂ। ਇਹਨਾਂ ਨੇ ਇਹ ਆਬਜ਼ਰਵ ਵੀ ਕੀਤਾ ਕਿ 6 ਸਾਲ ਤੋਂ ਪਰਾਲੀ ਨਹੀਂ ਸਾੜਨ ਕਰਕੇ ਇਨਵਾਇਰਨਮੈਂਟ ਵੀ ਵਧੀਆ ਰਿਹਾ ਤੇ ਇਹਨਾਂ ਦੀ ਜਿਹੜੀ ਕ੍ਰੌਪ ਦੀ ਪ੍ਰੋਡਕਸ਼ਨ ਹੈ ਉਹ ਵੀ ਵਧੀਆ ਰਹੀ। ਤੁਸੀਂ ਇਹਨਾਂ ਦਾ ਨਾਮ ਦੱਸਣਾ ਹੈ। ਧਿਆਨ ਰੱਖੋਗੇ ਇਹਨਾਂ ਦਾ ਨਾਮ ਹੈ ਹਰਨਾਮ ਸਿੰਘ, ਆਪਸ਼ਨ ਨੰਬਰ 4। ਤੇ ਇਹਨਾਂ ਨੇ ਇਹ ਕਿਹਾ, ਇਹਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਇਹ ਕਿਹਾ ਕਿ ਤੁਸੀਂ ਜਿਹੜੀ ਕ੍ਰੌਪ ਦੇ ਰੈਜ਼ੀਡਿਊ ਯਾਨੀ ਕਿ ਜਿਹੜੇ ਪਰਾਲੀ ਹੈ ਉਹਨੂੰ ਨਾ ਸਾੜੋ, ਇਹਨਾਂ ਇਨਵਾਇਰਨਮੈਂਟ ਕਲੀਨ ਵੀ ਰਹੇਗਾ ਤੇ ਇਸ ਤਰੀਕੇ ਨਾਲ ਤੁਹਾਡੀ ਜਿਹੜੀ ਯੀਲਡ ਹੈ ਜਾਂ ਮਤਲਬ ਪ੍ਰੋਡਕਸ਼ਨ ਹੈ ਜਿਹੜੀ ਉਹ ਵੀ ਇਨਕਰੀਜ਼ ਹੋਏਗੀ। ਅਗਲਾ ਕੁਐਸਚਨ ਪਿੰਕ ਬਾਲਵਰਮ ਪ੍ਰੋਬਲਮ ਦੇ ਉੱਤੇ ਹੈ। ਇਹ ਨਿਊਜ਼ ਦੇ ਵਿੱਚ ਸੀਗੀ, ਕਿਹੜੀ ਕ੍ਰੌਪ ਦੇ ਵਿੱਚ ਇਹ ਪ੍ਰੋਬਲਮ ਦੇਖੀ ਜਾਂਦੀ ਹੈ। ਬਹੁਤ ਹੀ ਈਜ਼ੀ ਕੁਐਸਚਨ ਹੈ, ਰੈਗੂਲਰ ਨਿਊਜ਼ 'ਚ ਰਹਿੰਦਾ ਹੈ। ਪਿੰਕ ਬਾਲਵਰਮ ਪ੍ਰੋਬਲਮ ਤੁਹਾਡੀ ਕਾਟਨ ਦੀ ਕ੍ਰੌਪ ਦੇ ਵਿੱਚ ਦੇਖੀ ਜਾਂਦੀ ਹੈ ਮੈਕਸਿਮਮ, ਠੀਕ ਹੈ। ਮਾਲਵਾ ਕਾਟਨ ਬੈਲਟ ਜਿਹੜੀ ਹੈ ਪੰਜਾਬ ਦੀ, ਉਹਦੇ ਵਿੱਚ ਇਹ ਪ੍ਰੋਬਲਮ ਬਹੁਤ ਹੀ ਸੀਰੀਅਸ ਚੱਲ ਰਹੀ ਹੈ ਤੇ ਪੰਜਾਬ ਦੀ ਸਰਕਾਰ ਨੇ ਬਹੁਤ ਸਾਰੇ ਐਕਸਪਰਟਸ ਜਿਹੜੇ ਨੇ ਉਹਨਾਂ ਨੂੰ ਅਪਾਇੰਟ ਕੀਤਾ ਹੈ ਕਿ ਇਸ ਪ੍ਰੋਬਲਮ ਨੂੰ ਜਾ ਕੇ ਦੇਖਿਆ ਜਾਵੇ। ਸਪੈਸੀਫਿਕਲੀ ਮਾਲਵਾ ਕਾਟਨ ਬੈਲਟ ਦੇ ਵਿੱਚ ਤੁਹਾਡੀ BG11 ਕਾਟਨ ਕ੍ਰੌਪ ਜਿਹੜੀ ਹੈ ਉਹ ਇਹਦੇ ਨਾਲ ਬਹੁਤ ਹੀ ਜ਼ਿਆਦਾ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਈ ਹੈ, ਠੀਕ ਹੈ। ਨੈਕਸਟ ਕੁਐਸਚਨ ਇੰਟਰਨੈਸ਼ਨਲ ਗਰਲ ਚਾਈਲਡ ਡੇ ਦੇ ਉੱਤੇ ਹੈ। 2021 ਦੇ ਵਿੱਚ ਇਹ ਦਿਵਸ ਜਿਹੜਾ ਮਨਾਇਆ ਗਿਆ ਅਕਤੂਬਰ ਦੇ ਵਿੱਚ। ਅਸੀਂ ਕਿੰਨੀ ਅਕਤੂਬਰ ਨੂੰ ਇਹ ਦਿਵਸ ਜਿਹੜਾ ਸੈਲੀਬ੍ਰੇਟ ਕਰਦੇ ਹਾਂ ਤੁਸੀਂ ਦੱਸਣਾ ਹੈ। ਆਨਸਰ ਹੈ 10 ਅਕਤੂਬਰ, ਸੌਰੀ 11 ਅਕਤੂਬਰ। 11 ਅਕਤੂਬਰ ਨੂੰ ਅਸੀਂ ਇਹ ਦਿਨ ਜਿਹੜਾ ਉਹ ਸੈਲੀਬ੍ਰੇਟ ਕਰਦੇ ਹਾਂ। ਇਹਦਾ ਪਰਪਸ ਕੀ ਹੈ? ਇਹਦਾ ਪਰਪਸ ਹੈ ਕਿ ਗਰਲ ਚਾਈਲਡ ਦੀ ਇੰਪੋਰਟੈਂਸ ਨੂੰ ਦਰਸਾਉਣਾ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਚਾਈਲਡ ਸੈਕਸ ਰੇਸ਼ੋ
ਇੰਡੀਆ ਦਾ ਇੰਨਾ ਕੋਈ ਵਧੀਆ ਨਹੀਂ ਹੈਗਾ, ਹਰਿਆਣਾ ਦਾ ਤੇ ਪੰਜਾਬ ਦਾ ਵੀ ਕੋਈ ਇੰਨਾ ਖਾਸ ਨਹੀਂ ਹੈਗਾ। ਇਸ ਕਰਕੇ ਗਰਲ ਚਾਈਲਡ ਦੀ ਇੰਪੋਰਟੈਂਸ ਨੂੰ ਸ਼ੋਅ ਕਰਨ ਵਾਸਤੇ ਇਹ ਡੇ ਜਿਹੜਾ ਉਹ ਮਨਾਇਆ ਜਾਂਦਾ ਹੈ। 1995 ਦੇ ਵਿੱਚ ਇੱਕ ਕਾਨਫਰੰਸ ਹੋਈ ਸੀ ਬੀਜਿੰਗ ਦੇ ਵਿੱਚ, ਯਾਨੀ ਕਿ ਚਾਈਨਾ ਦੇ ਵਿੱਚ। ਉੱਥੇ ਇੱਕ ਡੈਕਲੇਰੇਸ਼ਨ ਸਾਈਨ ਹੋਇਆ, ਬੀਜਿੰਗ ਡੈਕਲੇਰੇਸ਼ਨ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਅਸੀਂ ਜਿਹੜੀਆਂ ਵੀ ਯੰਗ ਗਰਲਸ ਨੇ ਜਾਂ ਜਿਹੜੀਆਂ ਵੀ ਵਲਨਰੇਬਲ ਨੇ ਸੁਸਾਇਟੀ ਦੇ ਵਿੱਚ, ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਵਾਸਤੇ ਕੁਝ ਚੰਗਾ ਕਰ ਸਕਦੇ ਹਾਂ। ਇਹ ਜਿਹੜਾ ਬੀਜਿੰਗ ਡੈਕਲੇਰੇਸ਼ਨ ਹੈ 1995 ਵਿੱਚ ਹੋਇਆ ਸੀਗਾ। ਉਸੇ ਟਾਈਮ ਇੱਕ ਰੈਜ਼ੋਲੂਸ਼ਨ ਲਿਆ ਗਿਆ 11 ਅਕਤੂਬਰ ਨੂੰ ਇਹ ਗਰਲ ਚਾਈਲਡ ਡੇ ਮਨਾਉਣ ਦਾ, ਤੇ ਉਸ ਤੋਂ ਬਾਅਦ ਇਹ ਗਰਲ ਚਾਈਲਡ ਡੇ ਜਿਹੜਾ ਹੈ ਉਹ ਮਨਾਉਣਾ ਸ਼ੁਰੂ ਕੀਤਾ ਗਿਆ 2011 ਦੇ ਵਿੱਚ। ਠੀਕ ਹੈ, ਧਿਆਨ ਰੱਖੋਗੇ, ਇੰਪੋਰਟੈਂਟ ਹੈ। ਬੀਜਿੰਗ ਡੈਕਲੇਰੇਸ਼ਨ ਜਿਹੜੀ 1995 ਦੇ ਵਿੱਚ ਹੋਈ ਸੀ, ਉਹਨੂੰ ਲਗਭਗ 2020 ਦੇ ਵਿੱਚ 25 ਸਾਲ ਹੋ ਗਏ ਨੇ। ਇਸ ਕਰਕੇ ਇਹ ਡੈਕਲੇਰੇਸ਼ਨ ਇੰਪੋਰਟੈਂਟ ਹੈ। ਇਹ ਡੈਕਲੇਰੇਸ਼ਨ ਗਰਲ ਚਾਈਲਡ ਦੇ ਰਾਈਟਸ ਦੇ ਨਾਲ ਰਿਲੇਟਡ ਹੈ। ਨੈਕਸਟ ਕੁਐਸਚਨ ਹੈ, ਪੰਜਾਬ ਸੀਐਮ ਚਰਨਜੀਤ ਸਿੰਘ ਚੰਨੀ ਜੀ ਨੇ ਅਨਾਉਂਸ ਕੀਤੀ ਹੈ ਇੱਕ ਸਕੀਮ, ਜਿਹਦੇ ਤਹਿਤ ਜਿਹੜੇ ਵੀ ਲੋਕਾਂ ਦੇ ਘਰ ਲਾਲ ਲਕੀਰ ਦੇ ਵਿੱਚ ਆਉਂਦੇ ਨੇ, ਉਹਨਾਂ ਨੂੰ ਉੱਥੇ ਪ੍ਰਾਪਰਟੀ ਰਾਈਟਸ ਦਿੱਤੇ ਜਾਣਗੇ। ਤੇ ਲਾਲ ਲਕੀਰ ਜਿਹੜੀ ਹੈ ਨਾ ਕੇਵਲ ਪਿੰਡਾਂ ਦੇ ਵਿੱਚ ਬਲਕਿ ਸ਼ਹਿਰਾਂ ਦੇ ਵਿੱਚ ਵੀ ਅਪਲਾਈ ਹੋਏਗੀ। ਲਾਲ ਲਕੀਰ ਦੇ ਬਾਰੇ ਅਸੀਂ ਪਿਛਲੀ ਵਾਰ ਵੀ ਕੁਐਸਚਨ ਕੀਤਾ ਸੀ। ਸੈਂਟਰ ਗਵਰਨਮੈਂਟ ਦੀ ਸਵਾਮਿਤਵ ਜਿਹੜੀ ਸਕੀਮ ਹੈ, ਉਹਦੇ ਅੰਡਰ ਤੁਹਾਡੀ ਇਹ ਲਾਲ ਲਕੀਰ ਸਕੀਮ ਆਉਂਦੀ ਹੈ, ਜਿਹਦੇ ਤਹਿਤ ਤੁਹਾਨੂੰ ਟਾਈਟਲ ਦਿੱਤੇ ਜਾਣਗੇ ਲੈਂਡ ਦੇ, ਤੁਹਾਡੇ ਲੈਂਡ ਦੀ ਪ੍ਰੋਪਰ ਮੈਪਿੰਗ ਹੋਏਗੀ, ਯਾਨੀ ਕਿ ਕਿੰਨਾ ਏਰੀਆ ਤੁਹਾਡੇ ਲੈਂਡ ਨੂੰ ਬਿਲੋਂਗ ਕਰਦਾ ਉਹਦਾ ਰਿਕਾਰਡ ਰੱਖਿਆ ਜਾਏਗਾ। ਸਕੀਮ ਦਾ ਤੁਸੀਂ ਨਾਮ ਦੱਸਣਾ ਹੈ। ਨਾਮ ਹੈ ਮੇਰਾ ਘਰ ਮੇਰੇ ਨਾਮ। ਠੀਕ ਹੈ, ਇਹ ਸਕੀਮ ਪੰਜਾਬ ਗਵਰਨਮੈਂਟ ਦੀ ਹੈ, ਜੇ ਤੁਹਾਡੇ ਤੋਂ ਪੁੱਛਿਆ ਜਾਵੇ, ਬਹੁਤ ਹੀ ਇੰਪੋਰਟੈਂਟ ਹੈ। ਠੀਕ ਹੈ, ਡਾਇਰੈਕਟ ਕੁਐਸਚਨ ਇਦਾਂ ਵੀ ਆ ਸਕਦਾ ਹੈ ਕਿ ਮੇਰਾ ਘਰ ਮੇਰੇ ਨਾਮ ਸਕੀਮ ਕਿਹੜੀ ਗਵਰਨਮੈਂਟ ਦੀ ਹੈ, ਤੇ ਪੰਜਾਬ ਗਵਰਨਮੈਂਟ ਦੀ ਸਕੀਮ ਹੈ, ਜਿਹਦੇ ਤਹਿਤ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਲਾਲ ਲਕੀਰ ਦੇ ਵਿੱਚ ਆਉਣ ਵਾਲੇ ਘਰਾਂ ਨੂੰ ਪ੍ਰਾਪਰਟੀ ਰਾਈਟਸ ਦਿੱਤੇ ਜਾਣਗੇ। ਅਗਲਾ ਕੁਐਸਚਨ ਹੈ, ਕੋਵਿਡ-19 ਦੀ ਸਿਚੁਏਸ਼ਨ ਨੂੰ ਲੜਨ ਵਾਸਤੇ ਕਿਹੜੀ ਫਾਊਂਡੇਸ਼ਨ ਨੇ ਇੱਕ ਪ੍ਰੋਜੈਕਟ ਸੈਂਕਸ਼ਨ ਕੀਤਾ, ਜਿਹਦਾ ਨਾਮ ਸੀਗਾ ਕੋਵਿਡ-19 ਐਮਰਜੈਂਸੀ ਰਿਸਪੌਂਸ। ਠੀਕ ਹੈ, ਇਹ ਪ੍ਰੋਜੈਕਟ ਸੈਂਕਸ਼ਨ ਕੀਤਾ ਗਿਆ ਰੀਜਨਲ ਸੈਂਟਰ ਫॉर ਐਂਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਦੇ ਵਾਸਤੇ, ਤਾਂ ਕਿ ਅਸੀਂ ਵੱਡੇ ਲੈਵਲ ਦੇ ਉੱਤੇ ਕੋਵਿਡ-19 ਦੀ ਐਮਰਜੈਂਸੀ ਨਾਲ ਲੜਨ ਵਾਸਤੇ ਇਕਵਿਪਮੈਂਟ ਵਗੈਰਾ ਹਰ ਚੀਜ਼ ਨੂੰ ਡਿਵੈਲਪ ਕਰ ਸਕੀਏ। ਤੇ ਫਾਊਂਡੇਸ਼ਨ ਹੈ ਜਿਹਨੇ ਇਹ ਸੈਂਕਸ਼ਨ ਕੀਤਾ, ਸਵੀਕ੍ਰਿਤੀ ਦਿੱਤੀ, ਡਾਕਟਰ ਲਾਲ ਪਾਥਲੈਬ ਫਾਊਂਡੇਸ਼ਨ। ਬਹੁਤ ਇੰਪੋਰਟੈਂਟ ਹੈ। ਇਹਦੇ ਤਹਿਤ 6 ਡਿਸਟ੍ਰਿਕਟ ਹਿਮਾਚਲ ਪ੍ਰਦੇਸ਼ ਦੇ ਤੇ ਕਾਫੀ ਸਾਰੇ ਏਰੀਆ ਜੰਮੂ ਕਸ਼ਮੀਰ ਦੇ ਜਿਹੜੇ ਨੇ ਉਹਨਾਂ ਨੂੰ ਬੈਨੀਫਿਟ ਦਿੱਤਾ ਜਾਏਗਾ। ਹਰਿਆਣਾ ਦੇ ਵੀ ਬਹੁਤ ਸਾਰੇ ਡਿਸਟ੍ਰਿਕਟ ਜਿਹੜੇ ਨੇ ਉਹਨਾਂ ਨੂੰ ਕਵਰ ਕੀਤਾ ਜਾਏਗਾ, ਤੇ ਉਹਨਾਂ ਨੂੰ ਉਸ ਜਗ੍ਹਾ ਦੇ ਵਿੱਚ, ਉਹਨਾਂ ਏਰੀਆਜ਼ ਦੇ ਵਿੱਚ ਵੀ ਕੋਵਿਡ-19 ਐਮਰਜੈਂਸੀ ਰਿਸਪੌਂਸ ਵਾਸਤੇ ਹਮੇਸ਼ਾ ਲਾਲ ਪਾਥ ਫਾਊਂਡੇਸ਼ਨ ਜਿਹੜੀ ਹੈ ਉਹ ਖੜੀ ਰਹੇਗੀ। ਨੈਕਸਟ ਕੁਐਸਚਨ ਹੈ, ਪੰਜਾਬ ਦੀ ਕਿਹੜੀ ਹਿਸਟੋਰਿਕ ਮੋਨੂਮੈਂਟ ਨੂੰ ਆਦਰਸ਼ ਮੋਨੂਮੈਂਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ? ਤੇ ਜੇ ਤੁਸੀਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਵੈਬਸਾਈਟ ਖੋਲੋਗੇ ਤਾਂ ਤੁਹਾਨੂੰ ਉੱਥੇ ਪੰਜਾਬ ਦਾ ਮੋਨੂਮੈਂਟ ਜਿਹੜਾ ਦਿਖ ਜਾਏਗਾ। ਇਹਦੀ ਹੁਣੇ ਲਿਸਟਿੰਗ ਕੀਤੀ ਗਈ ਹੈ। ਜੇ ਤੁਸੀਂ ਇਹਨੂੰ ਪਹਿਚਾਨ ਸਕਦੇ ਹੋ ਤਾਂ ਈਜ਼ੀ ਹੋਏਗਾ। ਆਨਸਰ ਹੈ ਜੀ ਨੂਰ ਮਹਿਲ ਸਰਾਏ। ਠੀਕ ਹੈ, ਆਰਕੀਓਲੋਜੀਕਲ ਸਰਵੇ ਆਫ ਇੰਡੀਆ ਮਿਨਿਸਟਰੀ ਆਫ ਕਲਚਰ ਦੇ ਅੰਡਰ ਕੰਮ ਕਰਦਾ ਹੈ। ਆਰਕੀਓਲੋਜੀਕਲ ਸਰਵੇ ਆਫ ਇੰਡੀਆ ਸਾਡੇ ਪੂਰੇ ਮੋਨੂਮੈਂਟਸ ਜਿਹੜੇ ਵੀ ਨੈਸ਼ਨਲ ਇੰਪੋਰਟੈਂਸ ਦੇ ਵਾਸਤੇ ਨੇ, ਉਹਨਾਂ ਨੂੰ ਕੰਜ਼ਰਵ ਕਰਕੇ ਰੱਖਦਾ ਹੈ, ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦਾ ਹੈ। ਤੇ 25 ਮੋਨੂਮੈਂਟ ਪੂਰੇ ਇੰਡੀਆ ਦੇ ਵਿੱਚ ਆਦਰਸ਼ ਮੋਨੂਮੈਂਟ ਦੇ ਤੌਰ ਤੇ ਡਿਵੈਲਪ ਕੀਤੇ ਜਾ ਰਹੇ ਨੇ। ਠੀਕ ਹੈ, 75 ਹੋਰ ਮੋਨੂਮੈਂਟ ਜਿਹੜੇ ਨੇ ਆਇਡੈਂਟੀਫਾਈ ਕੀਤੇ ਗਏ ਫੇਜ਼ 2 ਦੇ ਵਿੱਚ। ਉਹਨਾਂ 75 ਮੋਨੂਮੈਂਟ ਆਦਰਸ਼ ਮੋਨੂਮੈਂਟ ਦੇ ਵਿੱਚ ਤੁਹਾਡਾ ਪੰਜਾਬ ਦਾ ਨੂਰ ਮਹਿਲ ਸਰਾਏ ਜਿਹੜਾ ਹੈ ਉਹਨੂੰ ਆਇਡੈਂਟੀਫਾਈ ਕੀਤਾ ਗਿਆ। ਨੈਕਸਟ ਕੁਐਸਚਨ ਬਹੁਤ ਇੰਪੋਰਟੈਂਟ ਹੈ, ਡਰਾਮਾ ਆਲਾ ਅਫਸਰ, ਇਹ ਨਿਊਜ਼ ਦੇ ਵਿੱਚ ਸੀਗਾ। ਇਹ ਜਿਹੜਾ ਪਲੇ ਹੈ ਇਹ ਕਿਹਦੇ ਦੁਆਰਾ ਲਿਖਿਆ ਗਿਆ ਹੈ, ਤੁਸੀਂ ਇਹ ਦੱਸਣਾ ਹੈ। ਧਿਆਨ ਰੱਖੋਗੇ, ਇਹ ਲਿਖਿਆ ਗਿਆ ਹੈ ਮੁਦਰਾ ਰਾਖਸ਼ਸ ਦੇ ਦੁਆਰਾ। ਇਹ ਕਿਉਂ ਆਪਾਂ ਸਟੱਡੀ ਕਰ ਰਹੇ ਹਾਂ? ਕਿਉਂਕਿ ਮੈਂ ਤੁਹਾਨੂੰ ਪਿਛਲੀ ਵਾਰ ਕਰਵਾਇਆ ਸੀ ਕਰੰਟ ਅਫੇਅਰਸ ਕਿ 15 ਦਿਨ ਦਾ ਇੱਕ ਨਾਟਿਅਮ ਫੈਸਟੀਵਲ ਬਠਿੰਡਾ ਦੇ ਵਿੱਚ ਆਰਗੇਨਾਈਜ਼ ਹੋ ਰਿਹਾ ਹੈ। ਉਹਦੇ ਵਿੱਚ ਜਿਹੜਾ ਆਖਰੀ ਪਰਫਾਰਮੈਂਸ ਹੈ ਉਹ ਰਾਜਸਥਾਨ ਦੇ ਦੁਆਰਾ ਕੀਤਾ ਗਿਆ, ਤੇ ਉਹਨਾਂ ਨੇ ਉਸ ਪਰਫਾਰਮੈਂਸ ਦੇ ਵਿੱਚ ਇਹ ਜਿਹੜਾ ਪਲੇ ਹੈ ਆਲਾ ਅਫਸਰ, ਇਹਨੂੰ ਸ਼ੋਕੇਸ ਕਰਕੇ ਦਿਖਾਇਆ। ਇਸ ਕਰਕੇ ਇਹ ਪਲੇ ਇੰਪੋਰਟੈਂਟ ਹੈ। ਮੁਦਰਾ ਰਾਖਸ਼ਸ ਨੇ ਇਹ ਪਲੇ ਲਿਖਿਆ ਸੀ। ਅਗਲਾ ਕੁਐਸਚਨ ਹੈ, 15ਵੇਂ ਫਾਈਨੈਂਸ ਕਮਿਸ਼ਨ ਦੇ ਦੁਆਰਾ ਫਿਰੋਜ਼ਪੁਰ ਅਰਬਨ ਦੇ ਜਿਹੜੇ ਐਮਐਲਏ ਨੇ, ਉਹਨਾਂ ਨੇ ਇਸੇ ਕਮਿਸ਼ਨ ਦੇ 15ਵੇਂ ਫਾਈਨੈਂਸ ਕਮਿਸ਼ਨ ਦੇ ਤਹਿਤ ਹੀ ਫਿਰੋਜ਼ਪੁਰ ਦੀ ਮਿਊਨਿਸਪਲ ਕਾਉਂਸਲ ਨੂੰ ਗ੍ਰਾਂਟ ਦਿੱਤੀ ਹੈ। ਕਿੰਨੇ ਲੱਖ ਰੁਪਏ ਤੱਕ ਦੀ, ਯਾਨੀ ਕਿ ਕਿੰਨੇ ਕਰੋੜ ਰੁਪਏ ਤੱਕ ਦੀ ਗ੍ਰਾਂਟ ਜਿਹੜੀ ਹੈ ਫਿਰੋਜ਼ਪੁਰ ਮਿਊਨਿਸਪਲ ਕਾਉਂਸਲ ਨੂੰ ਮਿਲੀ ਹੈ ਅੰਡਰ ਦਾ 15th ਫਾਈਨੈਂਸ ਕਮਿਸ਼ਨ ਰਿਕਮੈਂਡੇਸ਼ਨ? ਆਨਸਰ ਹੈ 1 ਕਰੋੜ 63 ਲੱਖ। ਇੰਨੀ ਗ੍ਰਾਂਟ ਫਿਰੋਜ਼ਪੁਰ ਮਿਊਨਿਸਪਲ ਕਾਉਂਸਲ ਨੂੰ ਦਿੱਤੀ ਗਈ ਹੈ।
ਤੇ 15th ਫਾਈਨੈਂਸ ਕਮਿਸ਼ਨ ਦਾ ਅਪਾਇੰਟਮੈਂਟ ਜਿਹੜਾ ਪ੍ਰੈਜ਼ੀਡੈਂਟ ਦੇ ਦੁਆਰਾ ਕੀਤਾ ਜਾਂਦਾ ਹੈ। ਹਰ 5 ਸਾਲ ਬਾਅਦ ਜਿਹੜਾ ਫਾਈਨੈਂਸ ਕਮਿਸ਼ਨ ਹੈ ਉਹਨੂੰ ਅਪਾਇੰਟ ਕੀਤਾ ਜਾਂਦਾ ਹੈ। 15ਵਾਂ ਫਾਈਨੈਂਸ ਕਮਿਸ਼ਨ ਜਿਹੜਾ ਉਹਦੇ ਚੇਅਰਮੈਨ ਸੀਗੇ ਐਨ.ਕੇ. ਸਿੰਘ, ਠੀਕ ਹੈ। ਤੇ ਫਿਰੋਜ਼ਪੁਰ ਕਾਉਂਸਲ ਨੂੰ 1 ਕਰੋੜ 63 ਲੱਖ ਦੀ ਗ੍ਰਾਂਟ ਦਿੱਤੀ ਗਈ ਹੈ। ਨੈਕਸਟ ਕੁਐਸਚਨ ਹੈ, ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸੁਖਬੀਰ ਸਿੰਘ ਬਾਦਲ, ਇਹਨਾਂ ਨੇ ਅਨਾਉਂਸ ਕੀਤਾ ਕਿ ਜੇ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਇੱਕ ਸੈਪਰੇਟ ਮਿਨਿਸਟਰੀ ਬਣਾਵਾਂਗੇ ਪੰਜਾਬ ਦੇ ਏਰੀਆ ਦੇ ਡਿਵੈਲਪਮੈਂਟ ਵਾਸਤੇ। ਕਿਹੜੇ ਏਰੀਆ ਦੇ ਡਿਵੈਲਪਮੈਂਟ ਵਾਸਤੇ ਇੱਕ ਅਲੱਗ ਮਿਨਿਸਟਰੀ ਬਣਾਉਣ ਦਾ ਇਹਨਾਂ ਨੇ ਪ੍ਰਪੋਜ਼ਲ ਦਿੱਤਾ ਹੈ, ਇਹ ਤੁਸੀਂ ਦੱਸਣਾ ਹੈ। ਦੇਖੋ, ਇਹ ਨਹੀਂ ਜਾਣਦੇ ਆਪਾਂ ਕੌਣ ਪਾਵਰ ਚ ਆਏਗਾ ਕੌਣ ਨਹੀਂ, ਪਰ ਕੁਐਸਚਨ ਇੰਪੋਰਟੈਂਟ ਇਸ ਲਈ ਹੈ ਕਿ ਇਹਨਾਂ ਨੇ ਪਾਰਟਿਕੂਲਰ ਏਰੀਆ ਦੀ ਗੱਲ ਕੀਤੀ ਹੈ ਜਿਹਦੇ ਵਾਸਤੇ ਮਿਨਿਸਟਰੀ ਬਣੇਗੀ। ਹੋ ਸਕਦਾ ਹੈ ਉਸ ਏਰੀਆ ਨੂੰ ਗਰੋਥ ਦੀ ਡਿਵੈਲਪਮੈਂਟ ਦੀ ਬਹੁਤ ਜ਼ਿਆਦਾ ਲੋੜ ਹੋਵੇ, ਇਸ ਕਰਕੇ ਅੱਗੇ ਚੱਲ ਕੇ ਹੋ ਸਕਦਾ ਇਹਦੇ ਪ੍ਰਪੋਜ਼ਲ ਵੱਧ ਜਾਣ, ਤਾਂ ਕਰਕੇ ਕੁਐਸਚਨ ਇੰਪੋਰਟੈਂਟ ਹੈ। ਤੇ ਉਹ ਤੁਹਾਡਾ ਏਰੀਆ ਕੰਢੀ ਏਰੀਆ, ਠੀਕ ਹੈ। ਕੰਢੀ ਏਰੀਆ ਦੀ ਡਿਵੈਲਪਮੈਂਟ ਵਾਸਤੇ ਇਹਨਾਂ ਨੇ ਕਿਹਾ ਹੈ ਕਿ ਅਸੀਂ ਅਲੱਗ ਮਿਨਿਸਟਰੀ ਬਣਾਵਾਂਗੇ ਤਾਂ ਕਿ ਉੱਥੇ ਪ੍ਰੋਪਰ ਤਰੀਕੇ ਨਾਲ ਡਿਵੈਲਪਮੈਂਟ ਜਿਹੜਾ ਹੈ ਹੋ ਸਕੇ। ਕੰਢੀ ਏਰੀਆ ਤੁਸੀਂ ਸਾਰੇ ਜਾਣਦੇ ਹੋ ਗਰੋਥ ਦੇ ਮਾਮਲੇ 'ਚ ਤੇ ਡਿਵੈਲਪਮੈਂਟ ਦੇ ਮਾਮਲੇ 'ਚ ਬਹੁਤ ਥੱਲੇ ਹੈ ਤੇ ਪਾਵਰਟੀ ਵੀ ਬਹੁਤ ਹਾਈ ਹੈ ਉੱਥੇ। ਨੈਕਸਟ ਕੁਐਸਚਨ ਤੁਹਾਡਾ ਮਾਈਕਰੋ ਇਰੀਗੇਸ਼ਨ ਸਕੀਮ ਦੇ ਉੱਤੇ ਹੈ। ਮਾਈਕਰੋ ਇਰੀਗੇਸ਼ਨ ਸਕੀਮ ਕਿਹੜੀਆਂ ਹੁੰਦੀਆਂ ਨੇ, ਜਿਵੇਂ ਕਿ ਡ੍ਰਿਪ ਇਰੀਗੇਸ਼ਨ, ਸਪ੍ਰਿੰਕਲ ਇਰੀਗੇਸ਼ਨ, ਫੁਹਾਰੇ ਦੇ ਤੌਰ ਤੇ, ਹਨ। ਇਹ ਜਿਹੜੀ ਸਕੀਮ ਹੈ ਇਹ ਕਦੋਂ ਸ਼ੁਰੂ ਕੀਤੀ ਗਈ, ਕਿਹੜੇ ਸਾਲ ਵਿੱਚ, ਤੁਸੀਂ ਇਹ ਦੱਸਣਾ ਹੈ। ਆਨਸਰ ਹੈ 2007 ਦੇ ਵਿੱਚ ਮਾਈਕਰੋ ਇਰੀਗੇਸ਼ਨ ਸਕੀਮ ਸ਼ੁਰੂ ਹੋਈ ਹੈ ਤੇ ਉਸ ਤੋਂ ਬਾਅਦ ਇਹ ਤੁਹਾਡੀ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ ਤਹਿਤ ਸ਼ਾਮਿਲ ਕੀਤੀ ਗਈ, ਯਾਨੀ ਕਿ ਹੁਣ ਇਹ ਤੁਹਾਡੀ ਪੀਐਮ ਕ੍ਰਿਸ਼ੀ ਸਿੰਚਾਈ ਯੋਜਨਾ ਦਾ ਪਾਰਟ ਬਣ ਚੁੱਕੀ ਹੈ। ਇੰਪੋਰਟੈਂਟ, ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਜਿਹੜੀ ਹੁਣ ਮੈਂ ਤੁਹਾਨੂੰ ਦੱਸਾਂਗੀ ਜਿਹਦੇ ਕਰਕੇ ਅਸੀਂ ਕੁਐਸਚਨ ਕੀਤਾ, ਉਹ ਇਹ ਹੈ ਕਿ ਪੰਜਾਬ ਦੇ ਜਿਹੜੇ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਮਿਨਿਸਟਰ ਨੇ ਰਾਣਾ ਗੁਰਜੀਤ ਸਿੰਘ, ਇਹਨਾਂ ਨੇ ਇੱਕ ਪੋਰਟਲ ਲਾਂਚ ਕੀਤਾ ਹੈ। ਉਹ ਪੋਰਟਲ ਤੁਹਾਡਾ ਨਾ ਮਾਈਕਰੋ ਇਰੀਗੇਸ਼ਨ ਵਾਸਤੇ ਹੈ। ਉਹ ਪੋਰਟਲ ਦਾ ਨਾਮ ਕੀ ਹੈ, www.tupkasinchai.punjab.gov.in। ਇਹਦੇ ਵਿੱਚ ਪੰਜਾਬ ਸਰਕਾਰ ਤੁਹਾਨੂੰ ਲਗਾਤਾਰ ਦਿਖਾਏਗੀ ਕਿ ਕਿੱਥੇ-ਕਿੱਥੇ ਪੰਜਾਬ ਦੇ ਵਿੱਚ ਮਾਈਕਰੋ ਇਰੀਗੇਸ਼ਨ ਸਕੀਮ ਜਿਹੜੀਆਂ ਨੇ ਉਹ ਚਲਾਈਆਂ ਜਾ ਰਹੀਆਂ ਨੇ ਤੇ ਮਾਈਕਰੋ ਇਰੀਗੇਸ਼ਨ ਦੇ ਪ੍ਰੋਜੈਕਟ ਜਿਹੜੇ ਨੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈ, ਠੀਕ ਹੈ। ਇਹ ਤੁਪਕਾ ਸਿੰਚਾਈ ਪੋਰਟਲ ਜਿਹੜਾ ਹੈ ਪੰਜਾਬ ਗਵਰਨਮੈਂਟ ਦਾ ਹੈ। ਨੈਕਸਟ ਕੁਐਸਚਨ ਹੈ, ਪੰਜਾਬ ਗਵਰਨਮੈਂਟ ਦੇ ਵਿੱਚ ਹੁਣੇ ਫੈਸਲਾ ਕੀਤਾ ਗਿਆ ਹੈ ਕਿ ਵੀਟ ਸੀਡ ਸਬਸਿਡੀ ਪਾਲਿਸੀ 2021-22 ਜਿਹੜੀ ਹੈ ਉਹਦੇ ਤਹਿਤ ਕਿਸਾਨਾਂ ਨੂੰ ਹੋਰ ਵੀ ਜ਼ਿਆਦਾ ਵੀਟ ਸੀਡ ਵਾਸਤੇ ਸਬਸਿਡੀ ਦਿੱਤੀ ਜਾਏਗੀ। ਕਿੰਨੀ % ਸਬਸਿਡੀ ਦੇਣ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ ਅੰਡਰ ਦਿਸ ਵੀਟ ਸੀਡ ਸਬਸਿਡੀ ਪਾਲਿਸੀ। ਇੱਕ ਚੀਜ਼ ਹੋਰ ਧਿਆਨ ਰੱਖਣੀ ਹੈ ਕਿ 2000 ਰੁਪਏ ਪਰ ਫਾਰਮਰਸ ਜਿਹੜੇ ਨੇ ਉਹ ਵੀ ਦੇਣ ਦਾ ਵਾਅਦਾ ਕੀਤਾ ਗਿਆ ਹੈ ਹੁਣੇ ਚੀਫ ਮਿਨਿਸਟਰ ਦੇ ਦੁਆਰਾ। ਆਨਸਰ ਹੈ ਤੁਹਾਡਾ 50% ਸਬਸਿਡੀ ਤੁਹਾਨੂੰ ਇਸ ਪਾਲਿਸੀ ਦੇ ਤਹਿਤ ਮਿਲੇਗੀ। ਇਸ ਤੋਂ ਇਲਾਵਾ ਜਿਹੜੀ ਇਹ ਸਬਸਿਡੀ ਹੈ ਇਹਦੀ ਲਿਮਿਟ ਕੀ ਹੈ ਕਿ 2000 ਰੁਪਏ ਪਰ ਫਾਰਮਰ ਜਿਹੜੇ ਨੇ ਉਹ ਜਾਣੇ ਚਾਹੀਦੇ ਨੇ ਅੰਡਰ ਦਿਸ ਸਬਸਿਡੀ ਪਾਲਿਸੀ। ਜੇ ਆਪਾਂ ਹੋਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵਿੱਚ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਇਰੀਗੇਸ਼ਨ ਵਾਸਤੇ, ਮਾਈਕਰੋ ਇਰੀਗੇਸ਼ਨ ਵਾਸਤੇ ਪੰਜਾਬ ਸਰਕਾਰ ਲਗਾਤਾਰ ਪ੍ਰਯਾਸ ਕਰ ਰਹੀ ਹੈ ਤਾਂ ਕਿ ਅਸੀਂ ਵਾਟਰ ਨੂੰ ਕੰਜ਼ਰਵ ਕਰ ਸਕੀਏ ਤੇ ਜਿਹੜੇ ਉਹ ਵਾਲੇ ਏਰੀਆ ਜਿਹਨਾਂ ਵਿੱਚ ਸਾਲਟ ਪੈਨ ਬਣ ਚੁੱਕੇ ਨੇ, ਪਾਣੀ ਖੜ ਚੁੱਕਾ ਹੈ ਪ੍ਰੋਪਰ ਤਰੀਕੇ ਨਾਲ, ਉਹਨਾਂ ਨੂੰ ਦੁਬਾਰਾ ਤੋਂ ਆਪਾਂ ਸਹੀ ਕਰ ਸਕੀਏ। ਉਹਦੇ ਵਾਸਤੇ ਸਰਕਾਰ ਨੇ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਨੇ, ਜਿਵੇਂ ਕਿ 80% ਸਬਸਿਡੀ ਦਿੱਤੀ ਜਾਂਦੀ ਹੈ ਜਨਰਲ ਕੈਟਾਗਰੀ ਦੇ ਫਾਰਮਰ ਨੂੰ, 90% ਦਿੱਤੀ ਜਾਂਦੀ ਹੈ ਸ਼ਡਿਊਲ ਕਾਸਟ ਫਾਰਮਰ ਨੂੰ ਜਾਂ ਫਿਰ ਵਿਮਨ ਫਾਰਮਰ ਨੂੰ, ਕਿ ਉਹ ਸਬਸਿਡੀ ਲੈ ਕੇ ਮਾਈਕਰੋ ਇਰੀਗੇਸ਼ਨ ਦੇ ਜਿਹੜੇ ਇਕਵਿਪਮੈਂਟ ਨੇ ਉਹਨਾਂ ਨੂੰ ਖਰੀਦ ਪਾਣ। ਤੇ ਉਸ ਤੋਂ ਬਾਅਦ ਤੁਸੀਂ ਹੁਣ ਦੇਖ ਰਹੇ ਹੋ ਕਿ ਵੀਟ ਸੀਡ ਖਰੀਦਣ ਵਾਸਤੇ ਵੀ ਤੁਹਾਨੂੰ ਸਬਸਿਡੀ ਦਿੱਤੀ ਜਾ ਰਹੀ ਹੈ 50% ਤੱਕ ਦੀ। ਨੈਕਸਟ ਕੁਐਸਚਨ ਹੈ ਪੰਜਾਬ ਉਜਾਲਾ, ਜਿਹਨੂੰ ਆਪਾਂ ਸੋਚਾਂ ਦੀ ਉਡਾਨ ਕਹਿੰਦੇ ਆ। ਜੇ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓਜ਼ ਦੇਖੀਆਂ ਨੇ ਤਾਂ ਤੁਸੀਂ ਇਹ ਕੁਐਸਚਨ ਪੱਕਾ ਕਰੋਗੇ। ਇਹ ਨਿਊਜ਼ ਦੇ ਵਿੱਚ ਸੀਗਾ, ਫਿਰ ਦੁਬਾਰਾ ਇਹ ਕਿਸ ਚੀਜ਼ ਦੀ ਟਾਈਪ ਹੈ ਤੁਸੀਂ ਇਹ ਦੱਸਣਾ ਹੈ। ਆਨਸਰ ਹੈ ਇੱਕ ਟਾਈਪ ਦੀ ਮੈਗਜ਼ੀਨ ਹੈ। ਐਕਚੁਅਲ ਦੇ ਵਿੱਚ ਜਿਹੜੀ ਮੈਗਜ਼ੀਨ ਹੈ ਇਹ ਜਿੰਨੇ ਵੀ ਮਤਲਬ ਪ੍ਰਿਜ਼ਨਰਸ ਹੁੰਦੇ ਨੇ, ਇਨਮੇਟਸ ਹੁੰਦੇ ਨੇ, ਜੇਲ ਇਨਮੇਟਸ ਜਿਹੜੇ ਕੈਦੀ ਨੇ, ਉਹ ਜਿਹੜੀਆਂ ਪੋਇਮਸ ਲਿਖਦੇ ਨੇ, ਜੋ ਵੀ ਰਚਨਾਵਾਂ ਲਿਖਦੇ ਨੇ, ਇਹ ਉਹਨਾਂ ਦੀ ਲਿਖੀ ਹੋਈ ਮੈਗਜ਼ੀਨ, ਮਤਲਬ ਉਹਨਾਂ ਦੀ ਜਿਹੜੀਆਂ ਪੋਇਮਸ ਨੂੰ ਇਸ ਮੈਗਜ਼ੀਨ ਵਿੱਚ ਪਬਲਿਸ਼ ਕੀਤੀਆਂ ਜਾਂਦੀਆਂ। ਇਹਦਾ ਜਿਹੜਾ ਮਤਲਬ ਸੈਕਿੰਡ ਐਡੀਸ਼ਨ ਹੈ ਉਹਨੂੰ ਹੁਣੇ ਦੁਬਾਰਾ ਲਾਂਚ ਕੀਤਾ ਗਿਆ, ਇਸ ਕਰਕੇ ਫਿਰ ਨਿਊਜ਼ ਦੇ ਵਿੱਚ ਆਈ। ਨੈਕਸਟ ਕੁਐਸਚਨ ਹੈ ਕਿ ਪਹਿਲੇ ਸਿੱਖ ਰੂਲਰ ਜਿਹੜੇ ਸੀਗੇ ਉਹ ਕੌਣ ਸੀਗੇ। ਡਾਇਗਰਾਮ ਦੇਖ ਕੇ ਤੁਸੀਂ ਪਹਿਚਾਨ ਲਿਆ ਹੋਵੇਗਾ, ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜੇ ਸੀਗੇ ਉਹ ਪਹਿਲੇ ਸਿੱਖ ਰੂਲਰ ਸੀਗੇ। ਨਿਊਜ਼ ਦੇ ਵਿੱਚ ਇਸ ਲਈ ਸੀਗਾ ਕਿਉਂਕਿ ਪੰਜਾਬ ਦੇ ਜਿਹੜੇ ਪਬਲਿਕ ਵਰਕ ਮਿਨਿਸਟਰ ਨੇ ਵਿਜੇ ਇੰਦਰ ਸਿੰਗਲਾ, ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇੱਕ ਸਟੈਚੂ ਜਿਹੜਾ ਹੈ ਉਹਨੂੰ ਅਨਵੀਲ ਕੀਤਾ ਤੇ ਉਹਦੇ ਵਿੱਚ ਇਹਨਾਂ ਨੇ ਇਹ ਵੀ ਦੱਸਿਆ ਕਿ ਬੰਦਾ ਸਿੰਘ ਬਹਾਦਰ ਜੀ ਦਾ ਹਿਸਟਰੀ ਦੇ ਵਿੱਚ ਕਿੰਨਾ ਵੱਡਾ ਕੰਟਰੀਬਿਊਸ਼ਨ ਹੈ, ਕਿਉਂਕਿ ਇਹ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਵਾਸਤੇ ਲੜਦੇ ਰਹੇ
ਤੇ ਜਿਹੜੇ ਵੀ ਫਾਰਮਰ ਲੈਂਡਲੈਸ ਸੀਗੇ ਯਾਨੀ ਕਿ ਜਿਨ੍ਹਾਂ ਕੋਲ ਲੈਂਡ ਨਹੀਂ ਹੁੰਦਾ ਸੀ ਉਹਨਾਂ ਦੇ ਹੱਕ ਵਾਸਤੇ ਖੜੇ ਰਹੇ। ਈਵਨ ਜ਼ਮੀਂਦਾਰ ਦੇ ਨਾਲ ਵੀ ਇਹਨਾਂ ਨੇ ਕਾਫੀ ਲੜਾਈਆਂ ਕੀਤੀਆਂ ਜਿਹੜੇ ਵੀ ਜ਼ਮੀਂਦਾਰ ਜ਼ੁਲਮ ਕਰਦੇ ਹੁੰਦੇ ਸੀ, ਤੇ ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਹਨਾਂ ਨੇ ਟ੍ਰਿਬਿਊਟ ਵੀ ਦਿੱਤਾ। ਇਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਕਿਹਾ ਕਿ ਮੁਗਲ ਰੂਲਰਸ ਦੇ ਅਗੇਂਸਟ ਵੀ ਇਹਨਾਂ ਨੇ ਕਾਫੀ ਲੜਾਈ ਲੜੀ। ਇਹ ਤਾਂ ਅਸੀਂ ਜਾਣਦੇ ਹਾਂ, ਜੇ ਤੁਸੀਂ ਹਿਸਟਰੀ ਪੜ੍ਹੀ ਹੋਏਗੀ ਤਾਂ ਮੁਗਲ ਰੂਲਰਸ ਦੇ ਅਗੇਂਸਟ ਇਹਨਾਂ ਨੇ ਬਹੁਤ ਜੰਗਾਂ ਲੜੀਆਂ ਤੇ ਜਿੱਤੀਆਂ ਵੀ। ਨੈਕਸਟ ਕੁਐਸਚਨ ਹੈ 15 ਦਿਨ ਦਾ 10th ਨੈਸ਼ਨਲ ਥੀਏਟਰ ਫੈਸਟੀਵਲ ਜਿਹੜਾ ਹੈ ਉਹ ਕਿਹੜੀ ਜਗ੍ਹਾ ਤੇ ਆਰਗੇਨਾਈਜ਼ ਕੀਤਾ ਗਿਆ। ਬਹੁਤ ਹੀ ਈਜ਼ੀ ਕੁਐਸਚਨ ਹੈ, ਪਿਛਲੀ ਵੀਡੀਓ ਦੇ ਵਿੱਚ ਵੀ ਅਸੀਂ ਕੀਤਾ ਸੀ ਇਦਾਂ ਦਾ ਕੁਝ, ਤੇ ਮੈਂ ਹੁਣੇ ਵੀ ਤੁਹਾਨੂੰ ਪਿਛਲੀ ਵਾਰ ਜਿਹੜਾ ਹੁਣ ਪਲੇ ਦੱਸਿਆ, ਪਲੇ ਵਾਲਾ ਕੁਐਸਚਨ ਕਰਵਾਇਆ, ਉਹਦੇ ਵਿੱਚ ਵੀ ਮੈਂ ਦੱਸਿਆ ਸੀ। ਬਠਿੰਡਾ ਦੇ ਵਿੱਚ ਇਹ ਜਿਹੜਾ ਥੀਏਟਰ ਫੈਸਟੀਵਲ ਹੈ ਨਾਟਿਅਮ ਬਠਿੰਡਾ ਦੇ ਵਿੱਚ ਕੰਡਕਟ ਹੋਇਆ, ਜਿੱਥੇ ਤੁਹਾਡਾ ਪਲੇ ਜਿਹੜਾ ਹੈ ਮੁੱਦਰ ਰਾਖਸ਼ਸਾ ਦਾ ਉਹ ਪਲੇ ਕੀਤਾ ਗਿਆ ਬਾਈ ਦਾ ਰਾਜਸਥਾਨ। ਇਸ ਦੇ ਨਾਲ ਤੁਹਾਡਾ ਲੈਕਚਰ ਜਿਹੜਾ ਉਹ ਖਤਮ ਹੁੰਦਾ ਹੈ। ਜੇ ਤੁਹਾਡੀ ਕੋਈ ਕੁਐਰੀ ਹੋਵੇ ਤਾਂ ਤੁਸੀਂ ਇਹਨਾਂ ਕੰਟੈਕਟ ਨੰਬਰਸ ਤੇ ਕੰਟੈਕਟ ਕਰ ਸਕਦੇ ਹੋ। ਪੜ੍ਹਦੇ ਰਹੋ। ਆਲ ਦਾ ਬੈਸਟ। ਥੈਂਕ ਯੂ ਵੈਰੀ ਮਚ।